ਗੁਰਦਿਆਲ ਸਿੰਘ ਦਾ ਨਾਵਲ ਕੁਵੇਲਾ ਦੇ ਦੂਸਰੇ ਭਾਗ ਦਾ ਦੂਸਰਾ ਅੰਗ। ਉਸ ਦਿਨ ਪਿੱਛੋਂ ਹੀਣਤਾ ਦਾ ਭਾਵ ਮਨ ਨੂੰ ਬੇਚੈਨ ਕਰਨ ਲੱਗ ਪਿਆ। ਇਉਂ ਲੱਗਿਆ ਜਿਵੇਂ ਉਹਦੀ ਪਵਿੱਤਰਤਾ, ਵਡਿਆਈ, ਭਗਤੀ ਭਾਵ ਤੇ ਸਤਿਕਾਰ ਸਭ ਦਾ ਅਪਮਾਨ ਕੀਤਾ ਜਾ ਰਿਹਾ ਹੋਵੇ। ਇਸ ਨਾਲ ਆਤਮਾ 'ਚ ਜਿਹੜੀ ਗੁੱਝੀ ਗਿਲਾਨੀ ਪੈਦਾ ਹੋ ਰਹੀ ਸੀ, ਉਸ ਨਾਲ ਕਈ ਵਾਰੀ ਤਾਂ ਸਰੀਰ ਬਹਿਬਲ ਹੋ ਉੱਠਦਾ। ਸ਼ਾਇਦ ਇਸੇ ਕਾਰਨ ਹੁਣ ਉਹ ਮੰਦਰ ਪਹਿਲਾਂ ਨਾਲੋਂ ਵਧੇਰੇ ਸਮਾਂ ਬਿਤਾਉਣ ਲੱਗ ਪਈ ਸੀ ਤੇ ਆਥਣੇ ਵੀ ਹਸਪਤਾਲੋਂ ਦਿਨ ਖੜੇ ਆ ਕੇ ਕਥਾ ਸੁਣਨ ਲੱਗ ਪੈਂਦੀ। ਹਫ਼ਤੇ ਕੁ ਪਿੱਛੋਂ ਉਸ ਵੇਖਿਆ ਕਿ ਹੁਣ ਚਿੱਤ ਉਵੇਂ ਸ਼ਾਂਤ ਤੇ ਸਥਿਰ ਨਹੀਂ ਸੀ ਰਿਹਾ। ਕਥਾ ਸੁਣਦਿਆਂ ਕਈ ਵਾਰ ਮਨ 'ਚ ਓਪਰੇ ਸ਼ੰਕੇ ਪੈਦਾ ਹੋਣ ਲੱਗ ਪੈਂਦੇ। ਸੋਚ ਹੀ ਜਿਵੇਂ ਹੋਰ ਦਿਸ਼ਾਵਾਂ ਵੱਲ ਭਟਕਣ ਲੱਗ ਪਈ ਸੀ। ਭਜਨ ਗਾਉਂਦਿਆਂ ਵੀ ਗਲੀ 'ਚ ਖੇਡਦੇ ਨਿਆਣਿਆਂ ਦਾ ਕੱਚੀਆਂ ਪਿੱਲੀਆਂ ਕੰਧਾਂ ਤੇ ਘਰਾਂ ਅੰਦਰ ਖਿਲਰੇ ਨਿੱਕ ਸੁੱਕ ਖਿਆਲ ਆਉਂਦਾ। ਯਤਨ ਕਰਦੀ ਪਹਿਲਾਂ ਵਾਂਗ ਚਿੱਤ ਇਕਾਗਰ ਕਰਕੇ ਭਗਵਾਨ ਦੇ ਚਰਨਾਂ ਨਾਲ ਜੋੜ ਸਕੇ, ਪਰ ਨਹੀਂ ਸੀ ਜੁੜਦਾ। ਫਿਰ ਇੱਕ ਦਿਨ ਤਾਂ ਚਾਨਚੱਕ ਹੀ ਉਹਦਾ ਬਣਾਇਆ ਸਾਰਾ ਸੰਸਾਰ ਛਿੱਕੂ 'ਚ ਪਏ ਖਿਡੌਣਿਆਂ ਵਾਂਗ ਖਿਲਰ ਗਿਆ। ਹੱਥ ਨੇ ਮੁੰਡੂ ਰੋਟੀ ਲੈ ਕੇ ਕਮਰੇ 'ਚ ਆਇਆ ਤਾਂ ਦਾਲ 'ਚ ਲਾਲ ਮਿਰਚਾਂ ਪਾਈਆਂ ਹੋਈਆਂ ਸੀ। ਪਹਿਲੀ ਬੁਰਕੀ ਮੂੰਹ 'ਚ ਪਾਉਂਦਿਆਂ ਹੀ ਗੁੱਸੇ ਨਾਲ ਆਵਾਜ਼ ਦਿੱਤੀ। ਮੁੰਡੂ ਆਇਆ ਤੇ ਪੁੱਛਣ ਤੇ ਉਸ ਭੋਲੇ ਭਾਈ ਦੱਸਦਾ ਕਿ ਵੱਡੀ ਬੀਬੀ ਜੀ ਨੇ ਕਿਹਾ ਸੀ ਅੱਗੋਂ ਤੋਂ ਛੋਟੀ ਬੀਬੀ ਜੀ ਲਈ ਵੱਖਰੀ ਬਿਨਾਂ ਮਿਰਚਾਂ ਦੀ ਦਾਲ ਨਹੀਂ ਬਣਾਉਣੀ। ਉਹ ਜੀ ਕਹਿੰਦੇ ਕੁਝ ਝੱਕਦਿਆਂ ਤੇ ਰਤਾ ਰੁਕਦਿਆਂ ਮੁੰਡੂ ਬੋਲਿਆ, ਕਹਿੰਦੇ ਅਸੀਂ ਕੋਈ ਕਿਸੇ ਦੇ ਨੌਕਰ ਥੋੜਾ। ਮੂੰਹ 'ਚ ਪਾਈ ਬੁਰਕੀ ਸੰਘੋਂ ਹੇਠਾਂ ਨਹੀਂ ਲੰਘ ਸਕੀ। ਰੋਟੀ ਉਵੇਂ ਦੀ ਉਵੇਂ ਛੱਡ ਕੇ ਹੱਥ ਧੋ ਲਏ। ਅਜਿਹੇ ਅਪਮਾਨ ਨੇ ਮਨ ਦਾ ਸੰਤਾਪ ਸਹਿ ਹੱਦ ਤੱਕ ਵਧਾ ਦਿੱਤਾ ਸੀ। ਇਉਂ ਜਾਪਣ ਲੱਗ ਪਿਆ ਜਿਵੇਂ ਸਾਰਾ ਸੰਸਾਰ ਬਲ ਰਿਹਾ ਹੋਵੇ। ਕੁਝ ਚਿਰ ਤੱਕ ਕੋਈ ਗੱਲ ਨਾ ਸੁੱਝੀ, ਨਾ ਸੋਚ ਸਕੀ। ਖਾਸੇ ਚਿਰ ਪਿੱਛੋਂ ਮੂਰਤੀਆਂ ਸਾਹਮਣੇ ਜੋਤ ਜਗਾਏ ਬਿਨਾਂ ਹੀ ਪ੍ਰਾਰਥਨਾ ਕਰਨ ਜਾ ਬੈਠੀ। ਪਰ ਇਹ ਵੇਖ ਕੇ ਹੈਰਾਨੀ ਹੋਈ ਕਿ ਮੂਰਤੀਆਂ ਦੇ ਆਸੀ-ਪਾਸੀ ਕਿੰਨੀ ਧੂੜ ਜੰਮ ਗਈ ਸੀ। ਇੱਕ ਵਾਰ ਸਾਰੀ ਸਫਾਈ ਕਰਨ ਨੂੰ ਜੀ ਕੀਤਾ, ਪਰ ਹਿੰਮਤ ਨਹੀਂ ਪਈ। ਅਗਲੀ ਸਵੇਰ ਮੰਦਰ ਜਾਣੋਂ ਪਹਿਲਾਂ ਭਰਾ ਜੀ ਦੇ ਕਮਰੇ 'ਚ ਚਲੀ ਗਈ। ਉਹ ਨਹਾ ਧੋ ਕੇ ਕਲੀਨਿਕ ਤੇ ਜਾਣ ਲਈ ਤਿਆਰ ਹੋ ਰਹੀ ਸੀ। ਵਾਲਾਂ ਨੂੰ ਕੰਘੀ ਕਰਦਿਆਂ ਉਹਨਾਂ ਸਰਸਰੀ ਪਿਛਾਂਹ ਮੁੜ ਕੇ ਵੇਖਿਆ ਤੇ ਬੇਮਤਲਬੀ ਇਉਂ ਸੀ ਕਰਨ ਲੱਗ ਪਏ ਜਿਵੇਂ ਠੰਡ ਲੱਗਦੀ ਹੋਵੇ। ਸਧਾਰਨ ਤੌਰ ਤੇ ਉਹਨੂੰ ਬੈਠਣ ਲਈ ਵੀ ਨਹੀਂ ਕਿਹਾ। ਹੀਰਾ ਦੇਵੀ ਆਪੇ ਕੁਰਸੀ ਤੇ ਬੈਠ ਗਈ। ਭਰਾ ਜੀ ਕਿੰਨਾ ਚਿਰ ਵਾਲ ਸਵਾਰਦੇ ਪਹਿਲਾਂ ਵਾਂਗੀ ਬੇਮਤਲਬ ਹੱਥ ਮਲ ਕੇ ਨਿੱਘੇ ਕਰਦਿਆਂ ਸੀ ਕਰਦੇ ਰਹੇ। ਫਿਰ ਕੁਝ ਢੱਬੇ ਜਿਹੇ ਢੰਗ ਨਾਲ ਉਹਦੇ ਖੱਬੇ ਪਾਸੇ ਵਾਲੀ ਕੁਰਸੀ ਤੇ ਆ ਕੇ ਬੈਠਦਿਆਂ ਬੋਲੇ, ਦੱਸ ਕੀ ਗੱਲ ਹੈ? ਤੁਸੀਂ ਹੁਣ ਮੇਰੀ ਕੋਈ ਮਦਦ ਕਰੋਗੇ ਜਾਂ ਨਹੀਂ? ਕੀ ਮਤਲਬ? ਮਤਲਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਮੇਟੀ ਦਾ ਪ੍ਰਧਾਨ ਤੁਹਾਡਾ ਦੋਸਤ ਹੈ। ਉਹਨੇ ਹਸਪਤਾਲ ਲਈ ਥਾਂ ਦੇਣੋਂ ਨਾ ਕਰ ਦਿੱਤੀ, ਪਰ ਮੈਂ ਤਾਂ ਮੁੱਲ ਵੀ ਲੈਣ ਵਾਸਤੇ ਤਿਆਰ ਹਾਂ। ਤੁਸੀਂ ਦੱਸੋ ਵੀ ਚੰਦਾ ਇਕੱਠਾ ਕਰਾਉਣ ਵਾਸਤੇ ਮੇਰੀ ਮਦਦ ਕਰੋਗੇ? ਭਰਾ ਜੀ ਰਤਾ ਵਿਅੰਗ ਨਾਲ ਇਉਂ ਮੁਸਕਰਾਏ ਜਿਵੇਂ ਕਿਸੇ ਬੱਚੇ ਨੂੰ ਵੱਡੇ ਬੰਦਿਆਂ ਵਾਲੀਆਂ ਵਿਉਂਤਾਂ ਬਣਾਉਂਦਿਆਂ ਸੁਣ ਕੇ ਹੱਸੀਦਾ ਹੈ। ਉਹ ਕਹਿਣਾ ਵੀ ਉਹੀ ਸ਼ਬਦ ਚਾਹੁੰਦੇ ਸੀ ਜੋ ਅਜਿਹੇ ਵੇਲੇ ਸਿਆਣੀ ਉਮਰ ਦੇ ਲੋਕ ਬੱਚਿਆਂ ਨੂੰ ਕਹਿੰਦੇ ਆ। ਨਹੀਂ ਬੱਚੇ, ਇਹ ਕੰਮ ਤੇਰੇ ਵਾਸਤਾ ਨਹੀਂ। ਪਰ ਗੰਭੀਰ ਹੋ ਕੇ ਬੋਲੇ, ਆਖਰ ਇਸ ਕੰਮ ਪਿੱਛੇ ਤੂੰ ਇੰਨਾ ਕਿਉਂ ਪੈ ਗਈ ਹੈ? ਇਸ ਨਾਲ ਤੁਹਾਡਾ ਕੋਈ ਵਾਸਤਾ ਨਹੀਂ। ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਕਿਉਂ ਵਾਸਤਾ ਕਿਉਂ ਨਹੀਂ? ਕੀ ਇਸ ਨਾਲ ਮੇਰੇ ਕਾਰੋਬਾਰ ਉੱਤੇ ਕੋਈ ਅਸਰ ਨਹੀਂ ਪੈਂਦਾ? ਜਦੋਂ ਖਰੈਤੀ ਹਸਪਤਾਲ ਖੁੱਲ੍ਹ ਗਿਆ ਤਾਂ ਮੈਂ ਆਪਣੇ ਬੱਚਿਆਂ ਦਾ, ਆਪਣੇ ਪਿੱਛੇ ਲੱਗੇ ਹੋਰ ਜੀਆਂ ਦਾ ਢਿੱਡ ਕਿਵੇਂ ਭਰੂੰਗਾ? ਇਹ ਪਿੱਛੇ ਲੱਗੇ ਹੋਰ ਜੀ ਕਿਹੜੇ ਸਨ ਸਿਵਾਏ ਉਹਦੇ? ਇਹ ਸੋਚਦੇ ਫੁਰਦਿਆਂ ਹੀ ਮਨ ਦੀ ਹਾਲਤ ਹੋਰ ਡਾਵਾਂਡੋਲ ਹੋ ਗਈ। ਜੀ ਕੀਤਾ ਉਹਨਾਂ ਨੂੰ ਆਪਣਾ ਚੰਡੀ ਰੂਪ ਦਿਖਾਏ। ਦੂਜੇ ਛਿੰਨ 'ਚ ਸਭ ਜੰਜਾਲ ਤਿਆਗ ਕੇ ਸੰਸਾਰ ਛੱਡ ਜਾਣ ਦੀ ਕਲਪਨਾ ਦੇ ਬੱਦਲ ਘੇਰਾਏ। ਫਿਰ ਪਲਾਂ ਅੰਦਰ ਹੀ ਮਨ ਵਧੇਰੇ ਦੁਖੀ ਹੋ ਗਿਆ। ਕੁਝ ਚਿਰ ਰੁਕ ਕੇ ਮਨ ਦੇ ਹਰ ਭਾਵ ਨੂੰ ਸ਼ਾਂਤ ਚਿਹਰੇ ਪਿੱਛੇ ਲੁਕਾਉਂਦਿਆਂ ਬੋਲੀ, ਤੁਹਾਡਾ ਕਾਰੋਬਾਰ ਨਹੀਂ ਰੁਕਦਾ। ਭਗਵਾਨ ਨੇ ਹਰੇਕ ਵਾਸਤੇ ਰਿਜ਼ਕ ਦਾ ਬੰਦੋਬਸਤ ਕੀਤਾ ਹੋਇਆ। ਜੇ ਭਗਵਾਨ ਨੇ ਇਹ ਸਭ ਕੀਤਾ ਹੁੰਦਾ, ਹਰ ਜੀ ਆਪੋ ਆਪਣਾ ਹੀ ਖਾਂਦਾ, ਤਾਂ ਮੈਨੂੰ ਐਡੇ ਟੱਬਰ ਦਾ ਭਾਰ ਕਿਉਂ ਚੁੱਕਣਾ ਪੈਂਦਾ? ਆਖਿਰ ਮੈਂ ਕੋਈ ਲੋਹੇ ਦਾ ਤਾਂ ਨਹੀਂ ਬਣਿਆ ਹੋਇਆ। ਉਹਨਾਂ ਦੇ ਬੋਲ ਵਿਚਲੀ ਤਿੱਖੀ ਚੋਭ ਝੱਲਣ ਜੋਗੀ ਨਹੀਂ ਸੀ। ਪਰ ਅਜਿਹੀ ਅੱਲੋਕਾਰ ਹੋਣੀ ਐਡੀ ਛੇਤੀ ਵਾਪਰ ਜਾਏਗੀ, ਇਹਦਾ ਵੀ ਕਦੇ ਖਿਆਲ ਨਹੀਂ ਸੀ ਆਇਆ। ਭਰਾ ਜੀ ਤੇ ਉਹਨੂੰ ਆਪਣੇ ਭਗਵਾਨ ਜਿੰਨਾ ਭਰੋਸਾ ਰਿਹਾ ਸੀ, ਪਰ ਅੱਜ ਉਹ ਅਚਾਨਚੱਕ ਰੇਤੇ ਦੀ ਘੋੜੀ ਵਾਂਗ ਇੱਕੋ ਠੁੱਡੇ ਨਾਲ ਢਹਿ ਢੇਰੀ ਹੋ ਗਿਆ ਸੀ। ਤਾਂ ਤੁਹਾਨੂੰ ਭਗਵਾਨ ਤੇ ਭਰੋਸਾ ਨਹੀਂ ਰਿਹਾ? ਉਹ ਸਿੱਧਾ ਮੂਡ ਜਿਹਾ ਸਵਾਲ ਕੀਤਾ। ਭਰਾ ਜੀ ਚੁੱਪ ਹੋ ਗਏ, ਪਰ ਫਿਰ ਉੱਠ ਕੇ ਮੇਜ਼ ਉੱਤੋਂ ਆਪਣਾ ਬੈਗ ਚੁੱਕ ਕੇ ਤੁਰਦਿਆਂ ਮੂੰਹ 'ਚ ਹੀ ਇੰਨਾ ਕਹਿ ਗਏ, ਭਗਵਾਨ ਨੇ ਕਦੇ ਘਰ ਬੈਠਿਆਂ ਸਾਨੂੰ ਖਾਣ ਨੂੰ ਨਹੀਂ ਦਿੱਤਾ। ਤੁਸੀਂ ਨਾਸ਼ਤਾ ਨਹੀਂ ਕਰਨਾ? ਰਸੋਈ 'ਚੋਂ ਹੀਰਾ ਦੇਵੀ ਦੀ ਭਰਜਾਈ ਨੇ ਉਹਨਾਂ ਨੂੰ ਜਿਉਂਦਿਆਂ ਵੇਖ ਕੇ ਗੁਸਲਖਾਨੇ ਵਿੱਚੋਂ ਹੀ ਆਵਾਜ਼ ਦਿੱਤੀ।
ਨਹੀਂ, ਬਾਹਰ ਜਾਣਾ ਹੈ। ਬਿਨਾਂ ਰੁਕੇ ਉਹ ਚਲੇ ਗਏ। ਜਾਣਦਿਆਂ ਨੂੰ ਖਾਏ ਇਹੋ ਜਿਹੀ ਕਬੀਲਦਾਰੀ ਜਿਸ ਵਿੱਚ ਵੇਲੇ ਸਿਰ ਖਾਣਾ ਪੀਣਾ ਵੀ ਨਹੀਂ ਮਿਲਦਾ। ਭਰਜਾਈ ਨੇ ਸੜੀ ਭੁੱਜੀ ਆਵਾਜ਼ 'ਚ ਬੁੜਬੁੜ ਕਰਦਿਆਂ ਕਿਹਾ, ਕਿਸ ਕਿਸ ਦਾ ਬਾਲਣ ਫੂਕਣ ਕਰਨ, ਲੋਕਾਂ ਦੀਆਂ ਕਬੀਲਦਾਰੀਆਂ ਵੀ ਬੰਦਾ ਕਿੱਥੋਂ ਤਾਈਂ ਸਾਂਭਦਾ ਫਿਰੇ। ਹੀਰਾ ਦੇਵੀ ਨੂੰ ਭਰਾ ਜੀ ਦੇ ਕਮਰੇ 'ਚੋਂ ਬਾਹਰ ਆਉਂਦਿਆਂ ਇਉਂ ਮਹਿਸੂਸ ਹੋਇਆ ਕਿ ਉਹ ਭੁਆਟਣੀ ਖਾ ਕੇ ਵਿਹੜੇ 'ਚ ਫਰਸ਼ ਤੇ ਡਿੱਗ ਪਏਗੀ। ਸੱਚੀ ਉਹਦੇ ਸਿਰ ਨੂੰ ਚੱਕਰ ਆ ਰਹੇ ਸੀ। ਭੂਆ ਜੀ ਤੁੱਛੀ ਅੱਧ ਮੰਦਲ ਦਾਉਂਗੇ? ਗੁਸਲਖਾਨੇ 'ਚੋਂ ਨਿਕਲਦਿਆਂ ਛੋਟੀ ਕੁੜੀ ਨੇ ਉਹਦੀਆਂ ਲੱਤਾਂ ਨੂੰ ਜੱਫੀ ਪਾਉਂਦਿਆਂ ਆਪਣਾ ਮਾਸੂਮ ਚਿਹਰਾ ਉਤਾਂਹ ਚੁੱਕਿਆ ਤੇ ਚੌਲਾਂ ਵਰਗੀਆਂ ਦੰਦੀਆਂ ਕੱਢਦਿਆਂ ਮੁਸਕਰਾ ਪਈ। ਹੀਰਾ ਦੇਵੀ ਨੇ ਉਹਦੀ ਸਿੱਲੀ ਗੱਲ ਨੂੰ ਰਤਾ ਥਾਪੜਿਆ ਤੇ ਹਾਂ 'ਚ ਸਿਰ ਹਿਲਾ ਕੇ ਤੁਰ ਆਈ। ਉਹਦੀ ਨਿਗਾਹ ਅੱਖਾਂ 'ਚ ਆਈ ਧੁੰਦ ਨਾਲ ਜਾਂ ਸ਼ਾਇਦ ਸਿਮ ਆਏ ਪਾਣੀ ਨਾਲ ਉੱਕਾ ਮੱਧਮ ਪੈ ਗਈ ਸੀ। ਆਪਣੇ ਕਮਰੇ ਦਾ ਬੂਹਾ ਵੀ ਉਸ ਟੋਹ ਕੇ ਖੋਲ੍ਹਿਆ ਤੇ ਅੰਦਰ ਆਉਂਦਿਆਂ ਹੀ ਭਗਵਾਨ ਦੇ ਚਰਨਾਂ 'ਚ ਢਹਿ ਪਈ। ਕਿੰਨੇ ਚਿਰ ਪਿੱਛੋਂ ਜਦੋਂ ਮੰਦਰ ਆਈ ਤਾਂ ਕਈ ਤੀਵੀਆਂ ਮੱਥਾ ਟੇਕ ਕੇ ਮੁੜ ਗਈਆਂ ਸੀ। ਪੰਡਤ ਜੀ ਨੇਮ ਨਾਲ ਮੰਦਰ ਦਾ ਬੂਹਾ ਖੋਲ੍ਹ ਕੇ ਪੂਜਾ ਪਾਠ ਕਰਨ ਪਿੱਛੋਂ ਹੁਣ ਆਰਤੀ ਕਰਨ ਲੱਗੇ ਹੋਏ ਸਨ। ਉਹਨੇ ਬੂਹੇ ਵੜਦਿਆਂ ਇੱਕ ਵਾਰੀ ਤਾਂ ਇਉਂ ਲੱਗਿਆ ਜਿਵੇਂ ਨਰਕਾਂ ਦੀ ਭਾਗੀ ਹੋ ਗਈ ਹੋਵੇ। ਪਿਛਲੇ 7 ਵਰ੍ਹਿਆਂ 'ਚ ਅੱਜ ਪਹਿਲਾ ਦਿਨ ਸੀ ਜਦੋਂ ਉਹ ਏਡੇ ਕੁਵੇਲੇ ਮੰਦਰ ਆਈ ਸੀ, ਪਰ ਦੂਜੇ ਹੀ ਪਲ ਜਾਪਿਆ ਜਿਵੇਂ ਹੁਣ ਅਜਿਹੀ ਬੇਨੇਮੀ ਦੇ ਉਹਦੇ ਲਈ ਕੋਈ ਅਰਥ ਨਾ ਰਹੇ ਹੋਣ। ਜੇ ਉਹ ਮੰਦਰ ਨਾ ਵੀ ਆਉਂਦੀ ਤਾਂ ਭਗਵਾਨ ਨੂੰ ਕੀ ਫਰਕ ਪੈ ਜਾਣਾ ਸੀ। ਪੰਡਤ ਜੀ, ਅੱਜ ਤੋਂ ਜੇ ਮੈਨੂੰ ਇਸ ਤਰ੍ਹਾਂ ਹੀ ਕਦੇ ਕੁਵੇਲਾ ਹੋ ਜਾਇਆ ਕਰੇ ਤਾਂ ਬੇਸ਼ੱਕ ਵੇਲੇ ਸਿਰ ਜੰਦਰਾ ਲਾ ਕੇ ਚਲੇ ਜਾਇਆ ਕਰੋ। ਉਹ ਪੰਡਤ ਨੂੰ ਮਾਲਕ ਮਕਾਨ ਵਾਂਗ ਹਦਾਇਤਾਂ ਦੇਣ ਲੱਗ ਪਈ। ਨਾਲੇ ਖਿੜਕੀਆਂ ਹੁਣ ਬੇਸ਼ੱਕ ਖੋਲ੍ਹ ਦਿਆ ਕਰੋ, ਰੋਸ਼ਨਦਾਨ ਵੀ ਖੋਲ੍ਹ ਦੇਣਾ, ਜਾਣ ਲੱਗਿਆ ਵੀ ਖੁੱਲ੍ਹੇ ਰਹਿਣ ਦਿਆ ਕਰੋ, ਗਰਮੀ ਬੜੀ ਹੋ ਗਈ ਹੈ। ਪਰ ਜੀ ਪੀਛੇ ਸੇ ਪਕਸ਼ੀ ਬੀਠਾਂ ਕਰ ਜਾਇਆ ਕਰਨਗੇ। ਇਸ ਤਰ੍ਹਾਂ ਤੋਂ ਪੰਡਤ ਜੀ ਨੇ ਜੈਰਾਮ ਵਾਲੀ ਸੂਹੇ ਪਰਨੇ ਦੀ ਗਲਤੀ ਠੀਕ ਕਰਦਿਆਂ ਨਿਮਰਤਾ ਨਾਲ ਸੁਝਾ ਦਿੱਤਾ। ਕੋਈ ਗੱਲ ਨਹੀਂ, ਉਹ ਵੀ ਤਾਂ ਭਗਵਾਨ ਦੇ ਜੀਵ ਹੈ। ਨਾਲੇ ਹੋ ਸਕੇ ਤਾਂ ਇੱਥੇ ਝਾੜੂ ਮਾਰ ਲਿਆ ਕਰੋ, ਸੁਰਤੀ ਪੂਰਾ ਕੰਮ ਨਹੀਂ ਕਰ ਸਕਦੀ। ਪੰਡਤ ਜੀ ਜਿਵੇਂ ਭਵੱਤਰ ਗਏ। ਉਹਨਾਂ ਉੱਪਰੀ ਨਿਗਾਹ ਉਸ ਵੱਲ ਤੱਕਿਆ ਤੇ ਕੁਝ ਕਹਿਣ ਹੀ ਲੱਗੇ ਸੀ ਕਿ ਹੀਰਾ ਦੇਵੀ ਕਾਹਲੀ ਨਾਲ ਫੇਰ ਬੋਲੀ, ਅੱਜ ਤੋਂ ਬਾਅਦ ਸਾਰੀ ਪੂਜਾ ਤੁਹਾਡੀ ਹੋਊ। ਮੰਦਰ ਵਾਸਤੇ ਹੁਣ ਅਸੀਂ ਕੁਝ ਨਹੀਂ ਬਣਾਉਣਾ, ਸਭ ਠੀਕ ਹੈ। पंडित जी खिसियानी हंसी हंस पे थे, हाथ जोड़दियां बोले, वो तो कोई बात नहीं जी, पूजा तो भगवान के मंदिर पर लगी तो भी हमारी। मैं तो पूछूं था अक यो बुहारी कट्ठे पड़ी सै जी। बुहारी कित्थे पई सी? बुहारी वाली भी कोई वड्डी समस्या है, इत्थे किधरे रखी होनी है। दादी सुरती नूं पुछ लेना, जे ना होवे तां होर लै आउणा। हुण मैं सब काम तुहानूं सौंप दित्ता है, जिम्मेवारी समझ के करिया करना। बहुत अच्छा जी, किमी भी फिक्र मत करो जी, राम आसरे जी, सारी उम्र गुजर गई, भगवान गोपाल के चरनामा। या तो थारी दया दृष्टि से के अपने भगवान के इस कीट सेवक ने यो सेवा सौंप दई जी। पूजा का धान रता रोस नाल हीरा देवी ने सोचा ते फिर पंडित जी दे मत्थे उत्ते चंदन दे तिलक दे भरवें लिशकदे चेहरे वल तकदियां ਉਹਨੂੰ बड़ा अजीब जिहा महसूस होया, जिवें ਉਹਦੇ सामने धर्मराज ਦਾ कोई दूत खड़ोता होवे। बिंदक लई मन च गिलानी दा भाव भी उभरिया, पर पाप दे एहसास ने दबा लिया। अगले दिन हस्पताल आउण लई उदों भी कुवेला हो गया। जानसार कोठड़ी अंदर निगाह मारी, एक नवां मरीज सी, 10 ਕੁ ਵਰ੍ਹਿਆਂ ਦਾ ਮੁੰਡਾ ਸੀ। ਉਹਦੇ ਨਾਲ ਇੱਕ 60-65 ਸਾਲ ਦਾ ਬੁੱਢਾ ਸੀ, ਜਿਹਦੀ ਬੱਗੀ ਦਾੜੀ ਤੇ ਸਾਫ਼ ਕੱਪੜਿਆਂ ਤੋਂ ਬੜਾ ਹੀ ਸਾਊ ਪ੍ਰਭਾਵ ਪੈਂਦਾ ਸੀ। ਜਦੋਂ ਉਸ ਕੰਪਾਊਂਡਰ ਦੇ ਕੰਮ ਬਾਰੇ ਪੁੱਛਿਆ ਤਾਂ ਉਹਨੇ ਉਸੇ ਸਾਹਮਣੇ ਵਾਲੀ ਕੋਠੜੀ ਵੱਲ ਇਸ਼ਾਰਾ ਕਰਤਾ। ਕੋਠੜੀ ਵੱਲ ਆਈ ਤਾਂ ਬੁੱਢੇ ਨੇ ਜਿਸ ਨਿਮਰਤਾ ਤੇ ਮਰਿਆਦਾ ਨਾਲ ਝੁੱਕ ਕੇ ਹੱਥ ਜੋੜਦਿਆਂ ਉਹਨੂੰ ਨਮਸਕਾਰਿਆ, ਉਸ ਨਾਲ ਮਨ ਉੱਤੇ ਬੜਾ ਹੀ ਡੂੰਘਾ ਪ੍ਰਭਾਵ ਪਿਆ ਤੇ ਉਦਾਸਿਆ ਚਿਹਰਾ ਰਤਾ ਖਿੜ ਗਿਆ। ਇਸ ਕਾਕੇ ਨੂੰ ਹੁਣੇ ਲੈ ਕੇ ਆਇਓ ਬਾਬਾ ਜੀ? ਉਸ ਪੁੱਛਿਆ। ਹਾਂਜੀ, ਬਜ਼ੁਰਗ ਨੇ ਉਸੇ ਅਧੀਨਗੀ ਨਾਲ ਉੱਤਰ ਦਿੱਤਾ। ਇਹ ਜੀ ਮੇਰਾ ਪੁੱਤਰ ਹੈ, ਪਿਓ ਤਾਂ ਜੀ ਇਹਦਾ ਮਰਿਆ ਪਿਆ। ਇਹੋ ਹੈ ਸਾਰਾ ਕੁਝ ਸਾਡੇ ਕੋਲੇ, ਤੀਜੀ ਪੀੜ੍ਹੀ ਦੀ ਜੜੀ। ਪਰਸੋਂ ਦਾ ਜੀ ਬਹੁਤਾ ਹੀ ਢਿੱਲਾ ਹੈ, ਵਾਖਰੂ ਤੁਹਾਨੂੰ ਤੰਦਰੁਸਤ ਰੱਖੇ, ਰੰਗ ਭਾਗ ਲਾਈ ਰੱਖੇ। ਕਿਵੇਂ ਕਰੋ ਜੀ, ਇਹਨੂੰ ਰਾਜੀ ਕਰ ਦਿਓ, ਤੁਹਾਨੂੰ ਸਤਿਗੁਰ ਬਹੁਤਾ ਦੇਵੇ। ਕੋਈ ਨਹੀਂ, ਫਿਕਰ ਨਾ ਕਰੋ, ਭਗਵਾਨ ਸਭ ਸਿੱਧ ਕਰੂਗਾ। ਉਹਨੇ ਹੌਸਲਾ ਦਿੱਤਾ ਤੇ ਪੁੱਛਿਆ, ਡਾਕਟਰ ਸਾਹਿਬ ਵੇਖ ਕੇ ਆ? ਕਾਹਨੂੰ ਜੀ, ਅਜੇ ਤਾਂ ਆਈ ਨਹੀਂ, ਕੰਪਾਊਂਡਰ ਕਹਿੰਦਾ ਸੀ ਵੀ ਆਉਣ ਵਾਲੇ ਆ, ਕਿਸੇ ਪਿੰਡ ਗਏ ਆ। ਮੁੰਡੇ ਦੇ ਕੋਲ ਜਾ ਕੇ ਉਸ ਵੇਖਿਆ ਉਹ ਬੇਸੁੱਧ ਸੀ, ਮਲੂਕ ਚਿਹਰੇ ਨੂੰ ਪੀੜ ਨੇ ਗ੍ਰਹਿਣ ਦਿੱਤਾ ਹੋਇਆ ਸੀ, ਅੱਖਾਂ ਡੂੰਘੀਆਂ ਲੱਥੀਆਂ ਹੋਈਆਂ ਸਨ, ਨਬਜ਼ ਤੇਜ਼ ਸੀ, ਪਿੰਡਾ ਤਪ ਰਿਹਾ ਸੀ, ਸਾਹ ਖਿੱਚਵਾਂ ਤੇ ਔਖਾ ਆਉਂਦਾ ਸੀ। ਮੱਥਾ ਟੋਇਆ ਤੇ ਬੁੱਢੇ ਨੂੰ ਪੁੱਛਿਆ, ਇਹ ਕਿਉਂ ਬੇਸੁੱਧ? ਕਿੰਨੇ ਚਿਰ ਤੋਂ ਹੋਇਆ ਬਾਬਾ ਜੀ? ਹੁਣ ਤਾਂ ਭਾਈ ਰਾਤ ਹੀ ਹੋਇਆ,
ਪਰ ਉਹ ਬਿਮਾਰ ਤਾਂ 5-6 ਦਿਨਾਂ ਦਾ ਪਿਆ। ਪਹਿਲਾਂ ਘਰ ਦਾ ਓੜ-ਪੋੜ ਕੀਤਾ, ਪਰ ਕੱਲ ਦਾ ਤਾਂ ਬਾਲਾ ਰੁਕ ਗਿਆ। ਸਾਡੇ ਪਿੰਡ ਵੀ ਇੱਕ ਹਕੀਮ ਹੈ, ਉਹਨੇ ਹੀ ਭੇਜਿਆ। ਕਹਿੰਦਾ ਡਾਕਦਾਰ ਬੜਾ ਸਿਆਣਾ ਹੈ, ਨਾਲੇ ਅੱਗੇ ਅਸੀਂ ਤਾਂ ਕਦੇ ਆਏ ਨਹੀਂ ਇੱਥੇ। ਸਰਕਾਰੀ ਹਸਪਤਾਲ ਜਾਂਦੇ ਹੁੰਦੇ ਸੀ, ਉੱਥੇ ਭਾਈ ਤੇਰੇ ਵਰਗੀ ਕਸਾਊ ਡਾਕਟਰ ਨਹੀਂ ਹੁੰਦੀ ਸੀ। ਬੜੀ ਵਿਚਾਰੀ ਭਲੀ ਸੀ, ਉਹਦੇ ਹੱਥ 'ਚ ਕੋਈ ਐਸੀ ਵਫਾ ਸੀ, ਉਹਦੇ ਹੱਥ ਲਾਉਣ ਸਾਰ ਹੀ ਰਾਮ ਆ ਜਾਂਦਾ। ਹੁਣ ਕਹਿੰਦੇ ਉਹ ਤਾਂ ਬਦਲ ਗਈ। ਹੋਰ ਜਿਹੜਾ ਕੋਈ ਆਇਆ ਉਹਨੂੰ ਲਾਲਚੀ ਬੜਾ ਦੱਸਦੇ ਆ। ਲਾਲਚ ਪਿੱਛੇ ਕਹਿੰਦੇ ਬੰਦੇ ਨੂੰ ਰਾਜੀ ਕਿਹੜਾ ਹੋਣ ਦਿੰਦਾ। ਉੱਥੇ ਡਰਦੇ ਨਹੀਂ ਗਏ ਭਾਈ। ਬੁੱਢੇ ਦੀਆਂ ਗੱਲਾਂ ਨਾਲ ਮਨ ਨੂੰ ਕੋਈ ਧਰਵਾਸ ਮਿਲ ਗਿਆ ਸੀ। ਜੀ ਕਰਦਾ ਸੀ ਕੋਈ ਅਜਿਹੀ ਦਵਾਈ ਉਸ ਮੁੰਡੇ ਨੂੰ ਦੇ ਦੇਵੇ ਕਿ ਭਰਾ ਜੀ ਦੇ ਆਉਣ ਤੋਂ ਪਹਿਲੇ ਹੀ 9/9 ਹੋ ਜਾਏ। ਇਸੇ ਖਿਆਲ ਨਾਲ ਜਦੋਂ ਕੰਪਾਊਂਡਰ ਨਾਲ ਸਲਾਹ ਕਰਨ ਲਈ ਡਿਸਪੈਂਸਰੀ ਵੱਲ ਗਈ ਤਾਂ ਉਸ ਕੋਲ ਇੱਕ ਮਧਰਾ ਭੂਰੀ ਜੀ ਦਾੜੀ ਵਾਲਾ ਬੰਦਾ ਬੈਠਾ ਵੇਖ ਕੇ ਠਠੰਬਰ ਗਈ। ਉਹਦੀ ਸ਼ਕਲ ਉਪਰੀ ਸੀ, ਤੋਤੇ ਰੰਗੀ ਪੱਗ ਦੀ ਨੋਕ ਬੜੀ ਤਿੱਖੀ ਸੀ, ਫੁੱਲਿਆ ਨਿੱਗਰ ਚਿਹਰਾ, ਬੇਮੇਚਾ ਜਿਹਾ ਕੋਟ ਪੈਂਟ ਤੇ ਟਾਈ ਉਹਦੇ ਮਧਰੇ ਮੋਟੇ ਤੇ ਕੁਟੱਬੇ ਸਰੀਰ ਉੱਤੇ ਹੋਰ ਵੀ ਉੱਪਰੇ ਲੱਗਦੇ ਸੀ। ਦਾੜੀ ਉਸ ਕਲਫ ਲਾ ਕੇ ਪਿਛਾਂ ਮੋੜਵੀਂ ਪੁੱਠੀ ਚੜਾਈ ਸੀ। ਆਪਣੇ ਵੱਡੇ ਸਾਰੇ ਚਮੜੇ ਦੇ ਬੈਗ 'ਚੋਂ ਸ਼ੀਸ਼ੀਆਂ ਤੇ ਡੱਬੇ ਕੱਢ ਕੇ ਉਹ ਮੇਜ਼ ਤੇ ਧਰੀ ਜਾਂਦਾ ਸੀ। ਨਮਸਤੇ ਭੈਣ ਜੀ, ਉਸ ਦੋਹੇ ਹੱਥ ਜੋੜ ਕੇ ਮੋਟੇ ਹੋਠਾਂ ਤੇ ਭੱਦੀ ਮੁਸਕਰਾਹਟ ਲਿਆਉਂਦਿਆਂ ਕਾਹਲੀ ਨਾਲ ਕਿਹਾ। ਫਿਰ ਫੁਰਤੀ ਨਾਲ ਬੈਗ ਬੰਦ ਕਰਦਿਆਂ ਕੰਪਾਊਂਡਰ ਵੱਲ ਭੌਂਦਿਆਂ ਬੋਲਿਆ, ਚੰਗਾ ਫਿਰ ਮੈਂ ਕੱਲ ਮਿਲਾਂਗਾ ਜਨਾਬ। ਉਸੇ ਵੇਲੇ ਇੱਕ ਵਾਰ ਹੋਰ ਨਮਸਤੇ ਕਹਿ ਕੇ ਆਪਣੀ ਤਿੱਖੀ ਨੋਕ ਵਾਲੇ ਬੂਟਾਂ ਨੂੰ ਬੱਤਕ ਤੋਂ ਟਿਕਾਉਂਦਿਆਂ ਬੜੀ ਫੁਰਤੀ ਨਾਲ ਬਾਹਰ ਨਿਕਲ ਗਿਆ। ਇਹ ਕੌਣ ਸੀ? ਹੀਰਾ ਦੇਵੀ ਨੇ ਸਖਤ ਆਵਾਜ਼ ਨਾਲ ਕੰਪਾਊਂਡਰ ਵੱਲ ਤੱਕਦਿਆਂ ਪੁੱਛਿਆ। ਕਿਉਂ ਆਇਆ ਸੀ? ਕੰਪਾਊਂਡਰ ਨੂੰ ਪਲ ਦਾ ਪਲ ਕੋਈ ਗੱਲ ਨਹੀਂ ਔੜੀ। ਫਿਰ ਥਿੜਕਦੀ ਜ਼ੁਬਾਨ ਨਾਲ ਏਜੰਟ ਸ਼ਬਦ ਕਹਿ ਕੇ ਕੰਬਦਾ ਹੱਥ ਸਿਰ ਤੇ ਫੇਰਨ ਲੱਗ ਪਿਆ। ਕਿਹੜਾ ਏਜੰਟ? ਹਸਪਤਾਲੋਂ ਜੀ। ਉਤੋਂ ਇਹ ਸ਼ਬਦ ਜਿਵੇਂ ਹੀਰਾ ਦੇਵੀ ਨੇ ਮੱਲੋ ਮੱਲੀ ਅਖਵਾ ਲਏ ਸੀ। ਫਿਰ ਘਬਰਾਹਟ ਨਾਲ ਉਹ ਆਪਣੀਆਂ ਹੱਡਲ ਉਂਗਲਾਂ ਨੂੰ ਮਰੋੜਦਿਆਂ ਤੇ ਉਹਨਾਂ ਦੇ ਜੋੜਾਂ 'ਚ ਪਟਾਕੇ ਪਾਉਂਦਿਆਂ ਬੋਲਿਆ, ਇਹ ਤਾਂ ਜੀ ਇਹ ਹਰ ਹਫ਼ਤੇ ਆਉਂਦਾ, ਡਾਕਟਰ ਸਾਹਿਬ ਕੋਲ ਹੀ ਆਉਂਦਾ ਹੁੰਦਾ ਜੀ। ਕੀ ਮਤਲਬ? ਕੀ ਕਰਨ ਆਉਂਦਾ? ਇਹ ਹੁਣ ਕੀ ਦੇ ਕੇ ਗਿਆ? ਤੇ ਇਹ ਕਹਿੰਦੇ ਆ ਉਹ ਅਗਾਂਹ ਆ ਕੇ ਮੇਜ਼ ਤੇ ਪਈਆਂ ਸ਼ੀਸ਼ੀਆਂ 'ਚੋਂ ਇੱਕ ਨੂੰ ਚੁੱਕ ਕੇ ਵੇਖਣ ਲੱਗ ਪਈ। ਕੋਈ ਬੜੀ ਮਹਿੰਗੀ ਦਵਾਈ ਸੀ, ਪਰ ਉੱਤੇ ਜਿਹੜੀਆਂ 2 ਤਰੀਕਾਂ ਲਿਖੀਆਂ ਸੀ ਉਹਨਾਂ ਵਿੱਚੋਂ ਇਹਦੇ ਵਰਤੋਂ ਦੀ ਤਰੀਕ ਨੂੰ ਲੰਘਿਆਂ ਕਈ ਮਹੀਨੇ ਹੋ ਗਏ ਸੀ। ਇਹਦੇ ਨਾਲ ਇੱਕਦਮ ਕ੍ਰੋਧ ਭੜਕ ਪਿਆ। ਇਹ ਕੀ? ਇਹ ਦਵਾਈ ਤਾਂ ਵਰਤਣ ਦੀ ਯੋਗ ਵੀ ਨਹੀਂ। ਇਹ ਜੀ ਡਾਕਟਰ ਸਾਹਿਬ ਮੰਗਵਾਉਂਦੇ ਹੁੰਦੇ ਆ। ਕਿਉਂ ਮੰਗਵਾਉਂਦੇ ਹੁੰਦੇ ਆ? ਪਤਾ ਨਹੀਂ ਜੀ। ਹੋਰ ਕਿਸ ਨੂੰ ਪਤਾ? ਕੰਪਾਊਂਡਰ ਨੇ ਚੁੱਪ ਕਰਕੇ ਨੀਵੀਂ ਪਾ ਲਈ। ਪਰ ਹੀਰਾ ਦੇਵੀ ਦੇ ਇਸ ਰੋਹ ਅੱਗੇ ਉਹ ਵੀ ਲੁਕਾ ਨਹੀਂ ਸਕਿਆ। ਸਭ ਗੁੱਝੀਆਂ ਗੱਲਾਂ ਦੱਸਦੀਆਂ। ਜਿਵੇਂ ਜਿਵੇਂ ਉਹ ਦੱਸਦਾ ਗਿਆ, ਹੀਰਾ ਦੇਵੀ ਦਾ ਰੋਹ ਹੋਰ ਵੱਧਦਾ ਗਿਆ। ਭਰਾ ਜੀ ਇਸ ਮਾਮਲੇ 'ਚ ਸਭ ਤੋਂ ਵੱਧ ਜ਼ਿੰਮੇਵਾਰ ਸਨ ਤੇ ਉਹ ਜਿਉਂ-ਜਿਉਂ ਭਰਾ ਜੀ ਦੇ ਬਾਰੇ ਇਹ ਗੱਲਾਂ ਸੁਣ ਰਹੀ ਸੀ, ਉਹਨਾਂ ਦਾ ਸਾਊ ਚਿਹਰਾ ਦਿਓਦਾਨੋ ਦੇ ਰੂਪ 'ਚ ਵੱਟਦਾ ਜਾ ਰਿਹਾ ਸੀ। ਇਹ ਸਭ ਗੱਲਾਂ ਉਹਦੇ ਲਈ ਏਡੀਆਂ ਉਪਰੀਆਂ ਸੀ ਕਿ ਦਿਲ ਨੂੰ ਸੱਚ ਨਹੀਂ ਸੀ ਆ ਰਿਹਾ। ਤਾਂ ਉਸ ਡਾਕਟਰਨੀ ਨੂੰ ਵੀ ਭਰਾ ਜੀ ਨੇ ਇੱਥੋਂ ਬਦਲਵਾਇਆ ਸੀ? ਉਸ ਕੰਪਾਊਂਡਰ ਦੀ ਗੱਲ ਟੋਕ ਕੇ ਕਿਹਾ। ਹਾਂਜੀ, ਉਹ ਤੋਂ ਪਹਿਲਾਂ ਇੱਕ ਡਾਕਟਰ ਕਪਲਾਸ ਆਇਆ ਸੀ, ਉਹਨੂੰ ਵੀ। ਪਰ ਕਿਉਂ? ਕਿਉਂ? ਕੰਪਾਊਂਡਰ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ ਤੇ ਉਹਦੇ ਇਸ ਭੋਲੇਪਨ ਤੇ ਉਹਨੂੰ ਹਾਸੀ ਵੀ ਆ ਗਈ। ਜਿਹੜੀਆਂ ਗੱਲਾਂ ਹੁਣ ਤੱਕ ਦੱਸ ਚੁੱਕਿਆ ਸੀ, ਉਹ ਤੋਂ ਇਹ ਜਵਾਬ ਉਹਨੂੰ ਆਪੇ ਹੀ ਲੱਭ ਲੈਣਾ ਚਾਹੀਦਾ ਸੀ। ਇਹ ਤਾਂ ਜੀ ਸਿੱਧੀ ਜੀ ਗੱਲ ਆ। ਕੰਪਾਊਂਡਰ ਐਤਕੀ ਵਧੇਰੇ ਦਲੇਰੀ ਨਾਲ ਬੋਲਿਆ। ਉਹ ਡਾਕਟਰ ਸਾਹਿਬ ਨਾਲ ਮੇਲ ਜੋਲ ਨਹੀਂ ਸੀ ਰੱਖਦੇ। ਕੀ ਮਤਲਬ? ਉਹ ਫੇਰ ਅਤਾ ਵਿਅੰਗ ਨਾਲ ਇੱਕ ਖਾਕ ਉਤਾਂਹ ਚੜਾ ਕੇ ਗੁੱਜਾ ਜਿਹਾ ਮੁਸਕਰਾਇਆ ਤੇ ਬੋਲਿਆ, ਮਰੀਜ਼ਾਂ ਨੂੰ ਇੱਧਰ ਨਹੀਂ ਸੀ ਭੇਜਦੇ ਸਾਡੇ ਕੋਲ। ਕੀਮਤੀ ਸਰਕਾਰੀ ਦਵਾਈਆਂ ਹਸਪਤਾਲ ਆਏ ਮਰੀਜ਼ਾਂ ਤੇ ਹੀ ਵਰਤ ਲੈਂਦੇ ਸੀ। ਇਸ ਤਰ੍ਹਾਂ ਜੀ ਸਾਡੇ ਕਾਰੋਬਾਰ ਤੇ ਮਾੜਾ ਅਸਰ ਪੈਂਦਾ ਸੀ। ਮਾੜਾ ਅਸਰ ਪੈਂਦਾ ਸੀ? ਹੋਰ ਜੀ, ਮਰੀਜ਼ ਬਹੁਤੇ ਸਰਕਾਰੀ ਹਸਪਤਾਲ ਹੀ ਚਲੇ ਜਾਂਦੇ ਸੀ, ਸਾਡੇ ਕੋਲ ਘੱਟ ਆਉਂਦੇ ਸੀ। ਇਹ ਤਾਂ ਜੀ ਸਧਾਰਨ ਗੱਲ ਹੈ, ਤੁਹਾਨੂੰ ਇੰਨਾ ਵੀ ਨਹੀਂ ਪਤਾ? ਮਨ ਇਸ ਗੱਲੋਂ ਹੋਰ ਵੀ ਦੁਖੀ ਹੋਇਆ ਕਿ ਹੁਣ ਤੱਕ ਉਹਨੂੰ ਅਜਿਹੀਆਂ ਸਧਾਰਨ ਗੱਲਾਂ ਦਾ ਵੀ ਪਤਾ ਨਹੀਂ ਸੀ। ਇਸ ਚੰਦਰੇ ਕੰਪਾਊਂਡਰ ਨੂੰ ਅਜਿਹੀਆਂ ਗੱਲਾਂ ਪਤਾ ਹੀ ਨਹੀਂ ਸੀ, ਸਗੋਂ ਉਹਨਾਂ ਸਭ ਕਰਤੂਤਾਂ 'ਚ ਸ਼ਾਮਲ ਵੀ ਸੀ। ਭਰਾ ਜੀ ਨੇ ਉਹਨਾਂ ਵਿੱਚ ਬਦਲਵਾ ਕਿਵੇਂ ਦਿੱਤਾ? ਉਹ ਇਸ ਗੱਲ ਜਿਵੇਂ ਬੇਮਤਲਬ ਦੀ ਪੁੱਛੀ। ਲਓ ਜੀ, ਇਹ ਵੀ ਕੋਈ ਖਾਸ ਗੱਲ ਹੈ? ਭਰਾ ਜੀ ਦਾ ਉਤਲੇ ਅਫਸਰਾਂ ਕੋਲ ਤੇ ਆਪਣੇ ਮਿਨਿਸਟਰਾਂ ਤੱਕ ਰਸੂਖ ਹੈ ਜੀ। ਇਹ ਵੀ ਕੋਈ ਵੱਡਾ ਕੰਮ ਹੈ? ਇਹ ਤਾਂ ਉਹ ਚੁਟਕੀ 'ਚ ਕਰਾ ਸਕਦੇ ਆ। ਉਹਦੀ ਆਤਮਾ ਜਿਵੇਂ ਗਲਾਨੀ ਦੇ ਚਿੱਕੜ 'ਚ ਲੱਥ-ਪੱਥ ਹੁੰਦੀ ਜਾ ਰਹੀ ਸੀ। ਰੋਹ ਨਾਲ ਸਰੀਰ 'ਚ ਤਪਸ਼ ਪੈਦਾ ਹੋ ਰਹੀ ਸੀ, ਜੋ ਉਹਦੇ ਲਈ ਅਜੀਬ ਤੇ ਅਸਹਿ ਸੀ। ਮੇਰੇ ਨਾਲ ਚੱਲੋ, ਉਸ ਮੁੰਡੇ ਨੂੰ ਵੇਖੋ। ਉਸ ਚਾਣਚੱਕੀ ਇਹਨਾਂ ਗੱਲਾਂ ਵੱਲੋਂ ਮਨ ਹਟਾ ਕੇ ਗਿਆ। ਕੰਪਾਊਂਡਰ ਬੜੇ ਮਾਂਜੇ ਨਾਲ ਬਰਾਬਰ ਤੁਰ ਪਿਆ। ਅੱਜ ਪਹਿਲੀ ਵਾਰ ਉਹਨੇ ਉਹਦੇ ਸਾਹਮਣੇ ਆਪਣੀ ਪੈਂਟ ਦੀ ਜੇਬ 'ਚ ਹੱਥ ਪਾਇਆ ਸੀ। ਉਸ ਪਹਿਲਾਂ ਮੁੰਡੇ ਦਾ ਮੱਥਾ ਨਬਜ਼ ਟੋਈ ਅੱਖਾਂ ਨੂੰ ਘੇੜ ਕੇ ਵੇਖਿਆ। ਫਿਰ ਡਾਕਟਰਾਂ ਵਾਲੇ ਅੰਦਾਜ਼ 'ਚ 2 ਕੁ ਸਵਾਲ ਬੁੱਢੇ ਤੋਂ ਪੁੱਛੇ ਤੇ ਪਿੱਛੋਂ ਹੀਰਾ ਦੇਵੀ ਵੱਲ ਤੱਕਦੇ ਬੋਲੇ, ਮੈਨੂੰ ਤਾਂ ਜੀ ਇਹ ਲੱਗਦਾ ਹੈ ਬਈ ਟਾਈਫਾਈਡ ਵਿਗੜ ਗਿਆ। ਹੀਰਾ ਦੇਵੀ ਨੂੰ ਉਹਦੀ ਮੂਰਖਤਾ ਉੱਤੇ ਗੁੱਸਾ ਵੀ ਆਇਆ ਤੇ ਤਰਸ ਵੀ, ਪਰ ਠਰਮੇ ਨਾਲ ਬੋਲੇ,
ਜੇ ਇਹਦੀ ਛਾਤੀ ਉੱਤੇ ਕੋਈ ਆਇੰਟਮੈਂਟ ਮਲੀਏ ਤਾਂ ਸਾਹ ਕੁਝ ਠੀਕ ਹੋ ਸਕਦਾ ਹੈ? ਹਾਂਜੀ ਜ਼ਰੂਰ। ਤੇ ਉਹ ਬਿਨਾਂ ਸੋਚੇ ਡਿਸਪੈਂਸਰੀ ਵੱਲ ਚਲਾ ਗਿਆ ਤੇ ਉਹਨੇ ਪੈਰੀਂ ਵੱਡੀ ਸ਼ੀਸ਼ੀ ਲੈ ਕੇ ਮੁੜ ਆਇਆ। ਬੁੱਢਾ ਹੁਣ ਖੁੰਝੇ ਖੜੋਤਾ ਹੀਰਾ ਦੇਵੀ ਨੂੰ ਨਰਮ ਉਂਗਲਾਂ ਨਾਲ ਆਪਣੇ ਪੋਤਰੇ ਦੀ ਚੁਰੜਾਈ ਜਿਹੀ ਹਿੱਕ ਉੱਤੇ ਮਾਲਿਸ਼ ਕਰਦਿਆਂ ਤੱਕ ਰਿਹਾ ਸੀ। ਉਹਦੀ ਚਿੱਟੀ ਬੇਦਾਗ ਸਾੜੀ ਵਿੱਚੋਂ ਧੁੱਖ ਦੀ ਧੂਫ ਦੀ ਖੁਸ਼ਬੂ ਵਰਗੀ ਮਹਿਕ ਆ ਰਹੀ ਸੀ। ਉਹਦੀਆਂ ਉਂਗਲਾਂ ਜੀਵਨ ਦਾਤੀਆਂ ਲੱਗਣ ਲੱਗ ਪਈਆਂ ਸੀ। ਮਨ ਇਹ ਭਰੋਸਾ ਕਰੀ ਜਾ ਰਿਹਾ ਸੀ ਕਿ ਹੁਣੇ ਵਾਹਿਗੁਰੂ ਕੋਈ ਕਰਾਮਾਤ ਕਰੇਗਾ ਤੇ ਉਹਦਾ ਪੋਤਰਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ 9/9 ਹੋ ਕੇ ਉੱਠ ਬੈਠੇ। ਧੰਨ ਹੈ ਬੀਬਿਆ ਤੁਹਾਡੀ ਕਮਾਈ, ਆਪਣੇ ਮਨੋਵੇਗ ਨਾਲ ਬੇਕਾਬੂ ਹੁੰਦਿਆਂ ਬੁੱਢੇ ਨੇ ਮੁੰਡੇ ਦੇ ਪੁਆਂਦੀ ਬੈਠਦਿਆਂ ਕਿਹਾ। ਤਾਂ ਹੀ ਤਾਂ ਤੁਹਾਨੂੰ ਡਾਕਟਰਾਂ ਨੂੰ ਅੱਧੇ ਰੱਬ ਕਹਿੰਦੇ ਆ। ਸੇਵਾ ਬੜੀ ਉੱਤਮ ਹੈ ਬੀਬਿਆ। ਗੁਰੂ ਸਾਹਿਬ ਦੀ ਉਹ ਸਾਖੀ ਹੈ ਨਾ ਵੀ ਇੱਕ ਕੋਈ ਰਈਸ ਘਰ ਦਾ ਕਾਕਾ ਉਹਨਾਂ ਨੂੰ ਮੱਥਾ ਟੇਕਣ ਆਇਆ। ਗੁਰੂ ਸਾਹਿਬ ਨੇ ਪੁੱਛਿਆ ਕਾਕਾ ਕੀ ਕਰਦਾ ਹੁੰਦਾ? ਉਹ ਕਹਿੰਦਾ ਜੀ ਕੁਛ ਨਹੀਂ, ਮੈਨੂੰ ਤਾਂ ਪਾਣੀ ਵੀ ਨੌਕਰ ਫੜਾਉਂਦੇ ਆ। ਗੁਰੂ ਸਾਹਿਬ ਬੋਲੇ ਕਾਕਾ ਤੂੰ ਤਾਂ ਮਨੁੱਖਾ ਜਨਮੀ ਅਕਾਰਥ ਗਵਾ ਰਿਹਾ। ਜਿਹੜੇ ਹੱਥਾਂ ਨਾਲ ਸਤ ਸੰਗਤ ਦੀ ਸੇਵਾ ਕਦੇ ਨਹੀਂ ਕੀਤੀ ਉਹ ਹੱਥ ਤਾਂ ਮਲੀਨ ਹੁੰਦੇ ਆ। ਉਹਨੂੰ ਗਿਆਨ ਹੋ ਗਿਆ ਤੇ ਸੰਗਤ ਦੀਆਂ ਜੁੱਤੀਆਂ ਦੀ ਸੇਵਾ ਤੇ ਜਾ ਲੱਗਿਆ। ਜਨਮ ਸਫਲਾ ਕਰ ਲਿਆ। ਸੇਵਾ ਬੀਬਿਆ ਬੜੀ ਮਹਾਨ ਹੈ। ਗੁਰਬਾਣੀ ਚ ਤਾਂ ਇਹਦੀ ਮਹਿਮਾ ਹੀ ਬੜੀ ਗਾਈ ਹੈ। ਅਖੇ ਸੇਵਾ ਕਰ ਲੈ ਨੀ ਨਿਮਾਣੀ ਜਿੰਦੇ, ਮੇਰੀਏ ਹੱਥ ਪੈਰ ਦੇ ਤੇ ਰੱਬ ਨੇ। ਨਾਲੇ ਗੁਰੂ ਸਾਹਿਬ ਆਪਣੇ ਮੁੱਖ ਵਾਕ ਚ ਕਹਿੰਦੇ ਆ ਬਈ ਸੀਸ ਵੱਢਣ ਕਰ ਬੈਸਣ ਦੀ ਜੈ ਬਿਨ ਸਿਰ ਸੇਵ ਕਰੀ ਜੈ। ਸਾਧ ਸੰਗਤ ਤੇ ਸਤਿਗੁਰ ਦੀ ਸੇਵਾ ਬਿਨਾਂ ਸਿਰੋਂ ਵੀ ਕਰਨ ਨੂੰ ਜੀ ਕਰਦਾ ਤੇ ਉਹ ਦਾਤੇ ਨੇ ਆਪ ਆਖਿਆ ਖਲਕ ਮੈਂ ਖਾਲਕ, ਜਾਣੀ ਪਰਮਾਤਮਾ ਦੀ ਖਲਕਤ ਚ ਹੀ ਵਸਦਾ ਹੈ। ਇਹਦੇ ਜਿੱਡਾ ਹੋਰ ਕੋਈ ਪੁੰਨ ਹੋ ਸਕਦਾ ਭਲਾ? ਧੰਨ ਜਨਮ ਹੈ ਤੇਰੀ ਮਾਤਾ ਦਾ, ਤੇਰਾ ਸਤਿਗੁਰ ਮਿਹਰ ਕਰੇ, ਸਭ ਬਖਸ਼ਿਸ਼ਾਂ ਕਰੇ। ਤੇ ਉਸ ਬੁੱਢੇ ਨੇ ਸੱਚੀ ਦੋਵੇਂ ਹੱਥ ਜੋੜ ਕੇ ਮੱਥੇ ਨੂੰ ਲਾਉਂਦਿਆਂ ਉਸ ਵੱਲ ਸਿਰ ਨਵਾਇਆ। ਹੀਰਾ ਦੇਵੀ ਨੂੰ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਸੀ। ਇੰਜ ਕਿਸੇ ਦੇ ਧੁਰ ਅੰਦਰੋਂ ਨਿਕਲੇ ਸਿੱਧੜ ਜਿਹੇ ਸ਼ਬਦ ਆਪਣੇ ਬਾਰੇ ਉਹਨੇ ਪਹਿਲੀ ਵਾਰ ਸੁਣੇ ਸੀ। ਮਨ ਅੰਦਰ ਉਪਰਾ ਜਿਹਾ ਸਵੈਮਾਨ ਪੈਦਾ ਹੋ ਗਿਆ ਸੀ ਜਿਹਨੂੰ ਸਭ ਗਿਆਨ ਧਿਆਨ ਤੇ ਭਗਤੀ ਜਿਵੇਂ ਵਰਜ ਰਹੀ ਸੀ, ਪਰ ਉਹ ਫੇਰ ਵੀ ਬਿਜਲੀ ਦੀ ਲਹਿਰ ਵਾਂਗ ਸਰੀਰ ਦੇ ਲੂਹ ਨੂੰ ਝੰਜੋੜੀ ਜਾ ਰਿਹਾ ਸੀ। ਬੰਦਾ ਕੌਣ ਵਿਚਾਰਾ ਬਾਬਾ ਜੀ, ਸਭ ਸੇਵਾ ਕਰਨ ਕਰਾਉਣ ਵਾਲਾ ਉਹ ਆਪ ਹੈ। ਉਹ ਜਿਵੇਂ ਕਹਿਣ ਲਈ ਕਹਿ ਗਈ, ਪਰ ਉਹ ਝੂਠ ਬੋਲਦਿਆਂ ਉਹਦੀ ਆਤਮਾ ਵਿੱਚ ਸੰਸਾਰੀ ਸੰਤੁਸ਼ਟੀ ਦਾ ਹੰਕਾਰੀ ਜਿਹਾ ਬਲ ਪੈਦਾ ਹੋ ਰਿਹਾ ਸੀ ਜੋ ਇਸ ਬੁੱਢੇ ਆਦਮੀ ਦੇ ਸ਼ਬਦਾਂ ਦਾ ਚਮਤਕਾਰ ਹੀ ਜਾਪਦਾ ਸੀ। ਨਾ ਬੀਬਿਆ, ਬੁੱਢੇ ਨੇ ਸਿਰ ਹਿਲਾਇਆ, ਕਰਦਾ ਭਾਵੇਂ ਉਹੀ ਆ, ਪਰ ਕਰਦਾ ਬੰਦੇ ਦੇ ਰੂਪ 'ਚ ਹੀ ਆ ਕੇ। ਆਪ ਕਿਸੇ ਨੇ ਕਦੇ ਉਹਨੂੰ ਦੇਖਿਆ? ਨਾਲੇ ਗੁਰੂ ਸਾਹਿਬ ਤਾਂ ਕਹਿੰਦੇ ਆ ਘਟ ਬਾਸੀ ਸਰਬ ਨਿਵਾਸੀ। ਫਿਰ ਹੁਣ ਬੰਦਿਆਂ 'ਚ ਹੀ ਹੋਇਆ ਨਾ। ਸਵੈਮਾਨ ਹੋਰ ਵੱਧ ਗਿਆ, ਪਰ ਨਾਲ ਹੀ ਇਸ ਹੰਕਾਰ ਵਰਗੇ ਸਵੈਮਾਨ ਦੇ ਪਾਪ ਦਾ ਅਨੁਭਵ ਵੀ ਹੋ ਰਿਹਾ ਸੀ। ਇਹ ਦੁਬਦਾ ਬੜੀ ਅਜੀਬ ਸੀ, ਪਰ ਤਦ ਵੀ ਆਤਮਕ ਸੰਤੁਸ਼ਟੀ ਦਾ ਗੁੱਝਾ ਅਹਿਸਾਸ ਪ੍ਰਤੱਖ ਸੀ। ਉਹ ਦਵਾਈ ਮਲਦਿਆਂ ਕਾਰਬੋਲਿਕ ਐਸਿਡ ਨਾਲ ਪੀਲੇ ਪਏ ਉਂਗਲਾਂ ਦੇ ਨਹੁੰ ਵੱਲ ਮੁੜ ਤੱਕ ਰਹੀ ਸੀ। ਮਹੀਨਾ ਪਹਿਲਾਂ ਇਹਨਾਂ ਹੀ ਨਹੁੰਾਂ ਦਾ ਰੰਗ ਚਿੱਟਾ ਹੁੰਦਾ ਸੀ ਤੇ ਪੋਟੇ ਇੰਜ ਰੁੱਖੇ ਤੇ ਖਰਵੇ ਨਹੀਂ ਸੀ ਹੁੰਦੇ। ਚੰਬੇ ਦੀਆਂ ਕਲੀਆਂ ਵਾਂਗ ਕੋਮਲ ਤੇ ਸੁਗੰਧਿਤ ਸਨ। ਉਹਨੂੰ ਇਹਨਾਂ ਦਾ ਹੁਣ ਦਾ ਰੰਗ ਰੂਪ ਸਕਾਰਥ ਲੱਗਣ ਲੱਗ ਪਿਆ ਸੀ। ਦਵਾਈ ਮਲ ਕੇ ਰੂੰ ਰੱਖੀ, ਮਲਕੜੇ ਉੱਤੋਂ ਦੀ ਪੱਟੀ ਕੱਸਦਿਆਂ ਬੋਲੀ, ਕੋਈ ਫਿਕਰ ਨਾ ਕਰਿਓ ਬਾਬਾ ਜੀ, ਡਾਕਟਰ ਸਾਹਿਬ ਆਉਣ ਵਾਲੇ ਆ, ਕਾਕਾ ਦੁਪਹਿਰ ਤੱਕ ਠੀਕ ਹੋ ਜਾਣਾ। ਬੁੱਢੇ ਨੇ ਫੇਰ ਅਸੀਸਾਂ ਦਿੱਤੀਆਂ, ਪਰ ਭਰਾ ਜੀ ਦੁਪਹਿਰ ਤੱਕ ਵੀ ਨਹੀਂ ਆਏ। ਕੰਪਾਊਂਡਰ ਨਾਲ ਕਈ ਵਾਰ ਸਲਾਹ ਕੀਤੀ, ਪਰ ਹਰ ਵਾਰ ਉਹਨੇ ਊਟ ਪਟਾਂਗ ਸੁਝਾ ਦਿੱਤੇ। ਆਪੇ ਹੀਰਾ ਦੇਵੀ ਨੂੰ ਦਵਾਈਆਂ ਦੀ ਇੰਨੀ ਵਾਕਫੀਅਤ ਨਹੀਂ ਸੀ। ਪਲ ਪਲ ਵਰੇ ਦਾ ਬੀਤ ਹੋ ਰਿਹਾ ਸੀ। ਰੋਟੀ ਵੇਲਾ ਹੋ ਗਿਆ, ਪਰ ਉਹ ਨਹੀਂ ਸੀ ਗਈ। ਇੱਕ ਪੈਰ ਅੰਦਰ ਇੱਕ ਬਾਹਰ, ਉਂਝੀ ਕਦੇ ਮੁੰਡੇ ਦਾ ਤਾਪ ਵੇਖ ਲੈਂਦੀ, ਕਦੀ ਖੂਨ ਦਾ ਦਬਾਅ, ਕਦੀ ਨਬਜ਼ ਮੱਧਮ ਹੋਣ ਕਾਰਨ ਮਨਿਆਦੀ ਬੁਖਾਰ ਹੀ ਲੱਗਦਾ ਸੀ। ਦੁਪਹਿਰ ਢਲੇ ਭਰਾ ਜੀ ਕਾਹਲੀ ਨਾਲ ਆਏ ਤੇ ਉਹਨਾਂ ਉਸਦੀ ਤੇ ਬੁੱਢੇ ਦੀ ਚਿੰਤਾ ਦਾ ਖਿਆਲ ਕੀਤੇ ਬਿਨਾਂ ਹੂੰ ਹਾਂ ਕਰਦਿਆਂ ਮੁੰਡੇ ਨੂੰ ਸਰਸਰੀ ਵੇਖ ਵਿਖਾ ਕੇ ਇੱਕ ਟੀਕਾ ਲਾਤਾ। ਕੰਪਾਊਂਡਰ ਨੂੰ ਦਵਾਈ ਸਮਝਾ ਗਏ ਤੇ ਕੋਈ 5-7 ਮਿੰਟਾਂ ਦੇ ਅੰਦਰ ਹੀ ਅੰਦਰ ਕਹਿ ਕੇ ਮੁੜ ਗਏ ਕਿ ਉਹ ਗੋਬਿੰਦਪੁਰੇ ਵਾਲੇ ਸਰਦਾਰ ਨਾਲ ਕਿਧਰੇ ਬਹੁਤ ਜ਼ਰੂਰੀ ਕੰਮ ਚੱਲੇ ਹੈ। ਨਾਲ ਹੀ ਕੰਪਾਊਂਡਰ ਨੂੰ ਹਦਾਇਤ ਵੀ ਕੀਤੀ ਕਿ ਉਹ ਇੱਧਰੋਂ ਵਿਹਲਾ ਹੋ ਕੇ ਕਲੀਨਿਕ ਉੱਤੇ ਵੀ ਗੇੜਾ ਮਾਰ ਆਏ। ਉੱਥੇ ਵੀ ਵੱਡਾ ਕੰਪਾਊਂਡਰ ਇਕੱਲਾ ਸੀ। ਉਹਨਾਂ ਦੇ ਜਾਣ ਪਿੱਛੋਂ ਹੀਰਾ ਦੇਵੀ ਨੂੰ ਜਾਪਿਆ ਉਹ ਭਰਾ ਜੀ ਦਾ ਅਜਿਹਾ ਵਤੀਰਾ ਸਹਿਣ ਨਹੀਂ ਸੀ ਕਰ ਸਕਦੀ। ਉਹਨਾਂ ਦੀ ਉਸ ਵੱਲ ਏਡੀ ਬੇਧਿਆਨੀ, ਉਹਨਾਂ ਦੀਆਂ ਕੰਪਾਊਂਡਰ ਤੋਂ ਸੁਣੀਆਂ ਗੱਲਾਂ ਸਦਕਾ ਅੰਤਾਂ ਦੀ ਚੋਭਵੀਂ ਪੀੜ ਜਾਪੀ ਤੇ ਆਤਮਾ ਪਾਪੀ ਕਰੋਧ ਨੇ ਗਰਸ ਲਈ। ਘਰ ਆਈ ਤਾਂ ਤਪਾਈ ਤੇ ਮੁੰਡੂ ਪਤਾ ਨਹੀਂ ਕਦੋਂ ਦਾ ਰੋਟੀ ਰੱਖ ਗਿਆ ਸੀ। ਸਬਜ਼ੀ ਪਾਣੀ ਵਾਂਗ ਠਰੀ ਪਈ ਸੀ। ਉੱਤੇ ਦਿੱਤਾ ਰੁਮਾਲ ਸੁਆਹ ਨਾਲ ਲਿਬੜਿਆ ਤੇ ਮੈਲਾ ਸੀ। ਅੱਗੇ ਵੀ ਇਹੋ ਹੁੰਦਾ ਹੈ, ਉਹ ਸੋਚਿਆ ਤੇ ਫਿਰ ਕ੍ਰੋਧ ਦੀ ਜਵਾਲਾ ਨੂੰ ਵਸ 'ਚ ਨਹੀਂ ਕਰ ਸਕੀ। ਰੋਟੀ ਉਵੇਂ ਛੱਡ ਕੇ ਮੰਦਰ ਚਲੀ ਗਈ।
ਉਤਲਾ ਚੁਬਾਰਾ ਖੋਲਿਆ ਤਾਂ ਅੰਦਰ ਬੜਾ ਹੁਮਸ ਜਾ ਪਿਆ। ਸੱਜੇ ਪਾਸੇ ਦੀਆਂ ਦੋਵੇਂ ਖਿੜਕੀਆਂ ਖੋਲ੍ਹਤੀਆਂ। ਹਵਾ ਦੇ ਤਿੱਖੇ ਬੁੱਲੇ ਨਾਲ ਸਾਹਮਣੀ ਕੰਧ ਉੱਤੇ ਲੱਗਿਆ ਰਾਧਿਕਾ ਤੇ ਸ਼ਾਮ ਦੀ ਤਸਵੀਰ ਵਾਲਾ ਕੈਲੰਡਰ ਉਲਟ ਕੇ ਪੁੱਠਾ ਹੋ ਗਿਆ। ਉਹਦੇ ਹੇਠੋਂ ਟਿੱਡੀਆਂ ਤੇ ਕਿੰਨੇ ਹੀ ਨਿੱਕੇ ਨਿੱਕੇ ਬੱਚੇ ਆਪਣੀਆਂ ਘਿਨਾਉਣੀਆਂ ਮੁੱਛਾਂ ਨੂੰ ਹਿਲਾਉਂਦੇ ਇੱਧਰ ਉੱਧਰ ਭੱਜ ਤੁਰੇ। ਉਸ ਦੇਖੇ ਤੇ ਅਣਡਿੱਠ ਕਰ ਦਿੱਤੇ। ਅੰਗਾਂ 'ਚ ਉੱਠਣ ਦੀ ਸੱਤਿਆ ਨਹੀਂ ਸੀ ਰਹੀ। ਸਰੀਰ ਬੜਾ ਹੀ ਥੱਕਿਆ ਹੋਇਆ ਸੀ, ਪਰ ਇੰਜ ਗਰਦ ਭਰੇ ਥਾਂ ਬੈਠਣ ਨੂੰ ਵੀ ਜੀ ਨਹੀਂ ਕੀਤਾ। ਉਸੇ ਵੇਲੇ ਪੌੜੀਆਂ 'ਚ ਕਿਸੇ ਦੀਆਂ ਖੜਾਵਾਂ ਦੀ ਆਹਟ ਸੁਣੀ। ਔਕੜ ਕੇ ਵੇਖਿਆ, ਸੁਰਤੀ ਦਾਦੀ ਸੀ। ਰਾਮ ਰਾਮ ਬੀਬੀ ਜੀ। ਆਪਣੇ ਬੋੜੇ ਮੂੰਹ ਨੂੰ ਪਚਕ ਪਚਕ ਮਾਰਦਿਆਂ ਕੁਬਜ਼ਾਂ ਵਾਂਗ ਦੂਰੀ ਹੋਈ ਸੁਰਤੀ ਨੇ ਉਸ ਵੱਲ ਹੈਰਾਨੀ ਨਾਲ ਵੇਂਦਿਆਂ ਕਿਹਾ, ਥੰਮ ਬੀਬੀ ਆਈ ਸੋ ਜੀ। ਹਾਂ, ਤੇ ਉਹਦੇ ਹੋਰ ਕਹਿਣ ਤੋਂ ਪਹਿਲਾਂ ਆਪਣੀ ਮੈਲੇ ਲੱਠੇ ਦੀ ਪੁਰਾਣੀ ਸਾੜੀ ਨੂੰ ਬੋਚਦਿਆਂ ਸਿਰ ਵਾਲੇ ਪੱਲੇ ਨੂੰ ਸੂਤ ਕਰਦਿਆਂ ਸੁਰਤੀ ਅੰਦਰ ਵੜਦਿਆਂ ਬੋਲੀ, ਥੰਮ ਥੋੜਾ ਬਾਹਰ ਰੁਕੋ, ਮੈਂ ਸਫਾਈ ਕਰ ਦਿਓ। ਮਨੇ ਤੋਂ ਕभी भीतर पैर ना पायो जी, मनी को नहीं मानियो। ਉਹ ਬਿੰਦ ਬਿੰਦ ਚੁਬਾਰੇ ਦੇ ਸਿਖਰ ਜਾ ਚੜੀ। ਛੱਤ ਉੱਤੇ ਵੀ ਬੜਾ ਘੱਟਾ ਪਿਆ ਸੀ, ਪਰ ਇੱਥੇ ਸਾਹ ਸੌਖਾ ਤੇ ਖੁੱਲਾ ਖੁੱਲਾ ਆ ਰਿਹਾ ਸੀ। ਧੁੱਪ ਚਮਕੀਲੀ ਸੀ। ਸਾਹਮਣੇ ਸ਼ਰੀਨ ਨਿੰਮ ਤੇ ਟਾਹਲੀਆਂ ਦੇ ਹਰੇ ਕਚੂਰ ਜਵਾਨ ਹੋਏ ਰੁੱਖਾਂ ਦੀਆਂ ਪਾਲਾਂ ਦਾ ਦ੍ਰਿਸ਼ ਅਜੀਬ ਤੇ ਸੋਹਣਾ ਲੱਗਦਾ ਸੀ। ਹੇਠ ਬਣੇ ਖਾਲਾਂ 'ਚੋਂ ਇੱਕ 'ਚ ਵਗਦਾ ਪਾਣੀ ਧੁੱਪ ਨਾਲ ਕਈ ਥਾਵਾਂ ਤੋਂ ਚਮਕਾਰੇ ਮਾਰ ਰਿਹਾ ਸੀ। ਸ਼ਰੀਆਂ ਨੂੰ ਲੱਗੇ ਫੁੱਲਾਂ ਦਾ ਮੱਧਮ ਬਸੰਤੀ ਰੰਗ ਤੇ ਮਹਿਕ ਸਾਰੇ ਵਾਤਾਵਰਨ 'ਚ ਕੇਸਰ ਘੋਲਦੇ ਜਾਪਦੇ ਸੀ। ਇਹ ਸਭ ਕਾਸੇ ਨਾਲ ਮਨ ਟਿਕਾ ਜਾ ਰਿਹਾ ਸੀ। 2-3 ਡੂੰਘੇ ਸਾਹ ਲਏ। ਸ਼ਰੀਨ ਦੇ ਫੁੱਲਾਂ ਦੀ ਮਹਿਕ ਨਾਲ ਛਾਤੀ ਭਰ ਗਈ। ਉਸੇ ਵੇਲੇ ਹੇਠੋਂ ਸੁਰਤੀ ਨੇ ਆਵਾਜ਼ ਮਾਰੀ ਤਾਂ ਉਹਦਾ ਹੇਠ ਜਾਣ ਨੂੰ ਜੀ ਨਹੀਂ ਕੀਤਾ, ਪਰ ਇੰਜ ਲੱਗਿਆ ਜਿਵੇਂ ਉਹ ਇੱਥੇ ਵੀ ਖੜੀ ਨਹੀਂ ਸੀ ਰਹਿ ਸਕਦੀ। 2 ਕੁ ਡੂੰਘੇ ਸਾਹ ਹੋਰ ਭਰੇ, ਫਿਰ ਚੌਧਰੀਆਂ ਸੇਠਾਂ ਦੀਆਂ ਉੱਚੀਆਂ ਹਵੇਲੀਆਂ ਵੱਲ ਨਿਗਾਹ ਘੁਮਾਉਂਦਿਆਂ ਹੇਠ ਉਤਰਨ ਲੱਗ ਪਈ। ਅਚਾਨਕ ਉਸ ਥਾਂ ਬਾਰੇ ਖਿਆਲ ਆਇਆ ਜਿਸ ਸੰਬੰਧੀ ਉਹਨੇ ਕਮੇਟੀ ਦੇ ਪ੍ਰਧਾਨ ਨਾਲ ਗੱਲ ਕੀਤੀ ਸੀ। ਮੁੜ ਫਿਰ ਭੌਂ ਕੇ ਸਾਹਮਣੇ ਤੱਕਿਆ। ਬਨੇਰੇ ਉੱਤੋਂ ਦੀ ਵੇਖਿਆ ਤਾਂ ਮਨ ਫੇਰ ਸਿਥਲ ਜਿਹਾ ਹੋ ਗਿਆ। ਉੱਥੇ ਕਮੇਟੀ ਦੀਆਂ ਕੂੜਾ ਗੱਡੀਆਂ ਨੇ ਗੰਦ ਦੇ ਢੇਰ ਲਾਏ ਸੀ। ਦਾਦੀ ਸੁਰਤੀ ਨੇ ਚੁਬਾਰਾ ਸਾਫ਼ ਕਰਤਾ ਸੀ। ਆਸਣ ਵੀ ਉਹਦੀ ਰੁਚੀ ਅਨੁਸਾਰ ਲੱਗਿਆ ਸੀ। ਜਦੋਂ ਦੁਖਦੇ ਲੱਕ ਨੂੰ ਆਰਾਮ ਦੇਣ ਲਈ ਆਸਣ ਤੇ ਲੇਟੀ ਤਾਂ ਬੂਹੇ 'ਚ ਖੜੀ ਨਿੱਕੀਆਂ ਚੁਰੜਾਈਆਂ ਪਰ ਲਿਸ਼ਕਦੀਆਂ ਅੱਖਾਂ ਨਾਲ ਉਸ ਵੱਲ ਤੱਕ ਰਹੀ ਸੁਰਤੀ ਸੇਵਾ ਦਾ ਸਾਕਾਰ ਰੂਪ ਦਿਸੀ, ਜਿਹਦਾ ਧੁੰਦਲਾ ਜਿਹਾ ਆਕਾਰ ਬੁੱਢੇ ਜੱਟ ਨੇ ਸਵੇਰੇ ਉਹਦੇ ਮਨ ਉੱਤੇ ਉੱਕਰ ਦਿੱਤਾ ਸੀ। ਚਾਹ ਬਣਾਉਂ ਦੇਵੀ ਜੀ? ਬੜੀ ਅਧੀਨਗੀ ਨਾਲ ਸੁਰਤੀ ਨੇ ਪੁੱਛਿਆ। ਨਾ ਦਾਦੀ, ਨਰਮ ਸਤਕਾਰ ਭਰੀ ਆਵਾਜ਼ 'ਚ ਉਸ ਉੱਤਰ ਦਿੱਤਾ। ਤੂੰ ਹੁਣ ਆਰਾਮ ਕਰ, ਜਦੋਂ ਮੈਨੂੰ ਲੋੜ ਹੋਈ ਦੱਸ ਦਿਓ। ਥਮਨੇ ਦੇਖ ਕੇ तो जी मन खिल जावे, आराम माने के कहा, खारी सेवा करते परान देऊं, यही आत्मा की इच्छा रईस है। ਕਹਿੰਦਿਆਂ ਸੁਰਤੀ ਉਹਦੇ ਆਰਾਮ ਦਾ ਖਿਆਲ ਕਰਦਿਆਂ ਦੂਜੀ ਚੁਬਾਰੜੀ 'ਚ ਚਲੀ ਗਈ। ਪਲਕੋ ਪਿੱਛੋਂ ਨੀਂਦ ਦੀ ਘੂਕੀ ਚੜੀ। ਉਹ ਵੱਖੀ ਪਰਨੇ ਲੇਟ ਗਈ। ਨੀਂਦ ਦਾ ਝੂਟਾ ਆਇਆ, ਪਰ ਫਿਰ ਜਿਵੇਂ ਕਿਸੇ ਨੇ ਝੂਣ ਕੇ ਜਗਾ ਦਿੱਤਾ। ਇੱਕਦਮ ਅੱਖਾਂ ਖੋਲੀਆਂ, ਬੂਹੇ ਵੱਲ ਤੱਕਿਆ। ਸੁਰਤੀ ਜਿਵੇਂ ਉਵੇਂ ਬੂਹੇ ਤੇ ਹਾਜ਼ਰ ਨਾਜ਼ਰ ਖੜੋਤੀ ਸੀ। ਉਹਨੂੰ ਅੱਖਾਂ ਖੋਲਦਿਆਂ ਵੇਖ ਕੇ ਬੋਲੀ, ਜਾਗ ਪੜੀ ਥੰਮ, ਮਨੇ ਚਾਹ ਬਣਾ ਰੱਖੀ ਸੈ, ਮੂੰਹ ਹੱਥ ਧੋ ਲਿਓ, ਮੈਂ ਲਾऊं सा, ਪਾਣੀ ਉਹ ਕਰਮੰਡਲ ਮੇਂ ਧਰ ਰੱਖਿਆ ਸੈ। ਉਹ ਹੈਰਾਨ ਸੀ ਕਿ ਉਹ ਸੌਂ ਵੀ ਗਈ, ਪਰ ਲੱਗਦਾ ਇਉਂ ਸੀ ਜਿਵੇਂ ਜਾਗਦੀ ਰਹੀ ਹੋਵੇ। ਮਾਂਜ ਕੇ ਲਿਸ਼ਕਾਏ ਪਿੱਤਲ ਦੇ ਕਰਮੰਡਲ 'ਚ ਖੂੰਜੇ ਫਰਸ਼ ਤੇ ਪਾਣੀ ਪਿਆ ਸੀ। ਕੋਲ ਖੜਾਵਾਂ ਬੜੇ ਸਲੀਕੇ ਨਾਲ ਧਰੀਆਂ ਸੀ। ਕਿੱਲੀ ਉੱਤੇ ਧੋਤਾ ਤੌਲੀਆ ਟੰਗਿਆ ਸੀ। ਸਭ ਕੁਝ ਵੇਂਦਿਆਂ ਜਿਵੇਂ ਚੰਗਾ ਲੱਗ ਰਿਹਾ ਸੀ। ਫਿਰ ਵੀ ਕੋਈ ਭਟਕਣ ਮਨ ਨੂੰ ਤਪਾ ਰਹੀ ਸੀ। ਦਿਲ ਕਾਹਲਾ ਧੜਕ ਰਿਹਾ ਸੀ। ਸੁਰਤੀ ਰਾਮ ਕਰਦਿਆਂ ਗੜਵੀ 'ਚ ਚਾਹ ਲਿਆਈ ਤੇ ਤਪਾਈ ਤੇ ਰੱਖ ਕੇ ਫਿਰ ਕੱਪ ਚੁੱਕ ਕੇ ਲਿਆਈ ਤਾਂ ਨਾਲ ਦੂਜੇ ਹੱਥ 'ਚ ਫੜੀ ਹੋਈ ਨਿੱਕੀ ਪਲੇਟ 'ਚ ਕੁਝ ਮਿੱਠੀਆਂ ਪਕੌੜੀਆਂ, ਜਲੇਬੀ ਦੀਆਂ ਸਾਖਾਂ ਤੇ ਇੱਕ ਲੱਡੂ ਧਰਿਆ ਸੀ। ਇਹ ਕੀ ਆ ਦਾਦੀ? ਮੂੰਹ ਧੋ ਕੇ ਮੁੜਦਿਆਂ ਹੀਰਾ ਦੇਵੀ ਨੇ ਪੁੱਛਿਆ। ਯਾ ਜੀ, ਦਾਦੀ ਦੇ ਮੱਥੇ ਦੀਆਂ ਸਾਰੀਆਂ ਝੁਰੜੀਆਂ ਮੁਸਕਰਾ ਪਈਆਂ। ਯਾ ਜੀ, ਮੇਰੇ ਭਤੀਜੇ ਕੇ ਵਿਆਹ ਕੀ ਭਾਜੀ ਮੈਨੇ ਰੱਖ ਰੱਖੀ ਥੀ, सोचू थी थम आओगे तो खिलाऊंगी जी। ਹੀਰਾ ਦੇਵੀ ਉਹਦੀ ਗੱਲ ਸੁਣ ਕੇ ਪਹਿਲਾਂ ਤਾਂ ਮੁਸਕਰਾ ਪਈ, ਪਰ ਉਸੇ ਵੇਲੇ ਗੰਭੀਰ ਹੋ ਗਈ। ਮੋਹ ਮਾਇਆ ਜਾਲ ਦੀਆਂ ਤੰਦਾਂ ਤੰਦੂਏ ਦੀਆਂ ਲੰਮੀਆਂ ਤੰਦਾਂ ਵਾਂਗ ਕਿੱਥੋਂ ਤੱਕ ਖਿਲ ਰਹੀਆਂ ਹੋਈਆਂ। ਉਹ ਸੋਚਿਆ, ਇਹਨੇ ਭਲਾ ਮੈਥੋਂ ਕੀ ਲੈਣਾ ਹੈ ਜੋ ਮੇਰੇ ਨਾਲ ਇੰਨਾ ਮੋਹ ਕਰਦੀ ਹੈ। ਪਰ ਨਾਲ ਹੀ ਨਾਲ ਉਪਰਾ ਖਿਆਲ ਆਇਆ, ਮੇਰੇ ਮੰਦਰ ਦੇ ਟੁਕੜਿਆਂ ਤੇ ਜੋ ਪਲਦੀ ਹੋਈ ਹੰਕਾਰ, ਪਾਪ ਤੇ ਹੀਰਾ ਦੇਵੀ ਦਾ ਮੂੰਹ ਕਸੈਲਾ ਜਿਹਾ ਹੋ ਗਿਆ। ਪਰ ਜਾਪਦਾ ਸੀ ਉਪਰਾ ਖਿਆਲ ਸੱਚ ਦਾ ਰੂਪ ਧਾਰਨ ਕਰ ਰਿਹਾ ਸੀ। ਇਹ ਤਾਂ ਦਾਦੀ ਖਰਾਬ ਹੋ ਗਈਆਂ ਲੱਗਦੀਆਂ। ਉਸ ਜਲੇਬੀ ਦਾ ਇੱਕ ਭੋਰਾ ਮੂੰਹ 'ਚ ਪਾਉਂਦਿਆਂ ਸ਼ਾਇਦ ਮਨ ਹੌਲਾ ਕਰਨ ਲਈ ਮੁਸਕਰਾ ਕੇ ਕਿਹਾ।
दादी घबरा गई, प्लेट दे नेड़े मुंह करदे बोली, ना जी, मैंने तो उसी दिन ते डिब्बे में घाल के बंद करके रख छोड़ी थी। सच्ची खराब हो गई सैं जी? नहीं, ਇੰਨੀਆਂ ਤਾਂ ਨਹੀਂ। ਮੁੜ ਗੰਭੀਰ ਹੁੰਦਿਆਂ ਬੋਲੀ ਤੇ ਉਸ ਲੱਡੂ ਵੀ ਭੋਰ ਕੇ ਮੂੰਹ 'ਚ ਪਾਉਣਾ ਚਾਹਿਆ, ਪਰ ਉਹ ਪੱਥਰ ਵਰਗਾ ਕਰੜਾ ਹੋਇਆ ਪਿਆ ਸੀ, ਫੁੱਟਿਆ ਨਹੀਂ। 2 ਕੁ ਪਕੌੜੀਆਂ ਚੁੱਕ ਕੇ ਖਾ ਲਈਆਂ ਤੇ ਉਹਨੂੰ ਭੀਲਣੀ ਦੇ ਬੇਰਾਂ ਵਰਗਾ ਸਵਾਦ ਆਉਂਦਾ ਲੱਗਿਆ। ਬਾਕੀ ਰਹਿੰਦੀਆਂ ਸੁਰਤੀ ਨੂੰ ਚੁੱਕਣ ਲਈ ਕਿਹਾ। ਉਹ ਖੁਸ਼ੀ ਨਾਲ ਪਲੇਟ ਸਾੜੀ ਦੇ ਪੱਲੇ ਹੇਠ ਲੁਕਾ ਕੇ ਤੁਰ ਗਈ। ਸ਼ਾਇਦ ਉਹਨੇ ਇਹ ਪਵਿੱਤਰ ਝੂਠ ਉਵੇਂ ਮੁੜ ਡੱਬੇ 'ਚ ਬੰਦ ਕਰਕੇ ਰੱਖ ਦਿੱਤੀ ਸੀ। ਹੀਰਾ ਦੇਵੀ ਨੂੰ ਉਹਦੇ ਢੱਕਣ ਅੜਾਉਣ ਦੀ ਬਿੜਕ ਸਾਫ਼ ਸੁਣਾਈ ਦਿੱਤੀ। ਉਸ ਪਿੱਛੋਂ ਸਧਾਰਨ ਹੀ ਆਪਣੇ ਕੰਮ ਧੰਦੇ ਵਿੱਚ ਰੁੱਝ ਗਈ। ਆਪ ਉਹਨੇ ਭਗਵਦ ਗੀਤਾ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ, ਪਰ ਪੜ੍ਹਨ 'ਚ ਵੀ ਮਨ ਨਹੀਂ ਸੀ ਲੱਗ ਰਿਹਾ। ਮੁੜ ਮੁੜ ਪੌੜੀਆਂ 'ਚ ਕਿਸੇ ਦੀ ਪੈੜ ਚਾਲ ਸੁਣਦੀ, ਤਰਬਕ ਪੈਂਦੀ, ਆਉਂਦਾ ਕੋਈ ਵੀ ਨਹੀਂ ਸੀ। ਦਿਨ ਛਿਪਣ ਵਾਲਾ ਹੋਇਆ ਤਾਂ ਫਿਰ ਚੁਬਾਰੇ ਦੇ ਉੱਤੇ ਜਾ ਚੜੀ। ਪੱਛਮ ਵੱਲ ਵੇਖਿਆ, ਇੱਕ ਸਫੈਦ ਬੱਦਲ ਸੂਰਜ ਦੀ ਸੂਈ ਧੁੱਪ ਨਾਲ ਸੰਤਰੀ ਚੁੰਨੀ ਵਾਂਗ ਰੰਗਿਆ ਹੋਇਆ ਜਾਪਿਆ। ਖੇਤਾਂ 'ਚ ਖੜੋਤੀਆਂ ਕਿੱਕਰਾਂ ਟਾਹਲੀਆਂ ਦੇ ਸ਼ਾਹ ਕਾਲੇ ਆਕਾਰਾਂ ਉੱਤੇ ਵੀ ਉਸੇ ਸੰਤਰੀ ਰੰਗ ਦੀ ਕਿਨਾਰੀ ਤੇ ਬਰੀਕ ਲਕੀਰ ਖਿੱਚੀ ਦਿਸੀ। ਸਿੱਟਿਆਂ ਤੇ ਆਈਆਂ ਕਣਕਾਂ ਦੇ ਖੇਤਾਂ ਉੱਤੇ ਜਿਵੇਂ ਕਿਸੇ ਨੇ ਸੋਨਾ ਧੂੜਿਆ ਹੋਇਆ ਹੋਵੇ। ਅਤਲੋਕਾਰ ਦ੍ਰਿਸ਼ ਸੀ। ਫਿਰ ਹੌਲੀ ਹੌਲੀ ਇਉਂ ਮਹਿਸੂਸ ਹੋਣ ਲੱਗ ਪਿਆ ਜਿਵੇਂ ਉਹ ਕਿਸੇ ਖੇਤ ਦੇ ਮਨੇ ਉੱਤੇ ਖੜੋਤੀ ਹੋਵੇ ਤੇ ਇਹ ਖੇਤ ਦੇ ਮਨੇ ਦੀ ਕਲਪਨਾ ਉਹਨੂੰ ਬੜੀ ਰੌਚਕ ਲੱਗੀ। ਹੋਰ ਪਲਕੂ ਮਗਰੋਂ ਸੂਰਜ ਗੂੜੇ ਰੰਗ ਦਾ ਹੁੰਦਾ ਦਿਸਿਆ, ਇੰਨਾ ਲਾਲਸੂ ਹੈ ਜਿਵੇਂ ਤਪਿਆ ਹੋਇਆ ਤਾਂਬੇ ਦਾ ਥਾਲ ਹੋਵੇ। ਫਿਰ ਆਕਾਰ ਵੀ ਵੱਡਾ ਤੇ ਬੇਜਵੀ ਹੋਣ ਲੱਗ ਪਿਆ ਤੇ ਅੰਤ ਉਹਦੇ ਵਹਿੰਦਿਆਂ ਵਹਿੰਦਿਆਂ ਧਰਤੀ ਅਸਮਾਨ ਦੇ ਦੋਏ ਜਬਾੜੇ ਉਹਨੂੰ ਨਿਗਲਣ ਲੱਗ ਪਏ। ਇੱਕ ਵਾਰ ਤਾਂ ਕਾਲਕਾ ਮਾਈ ਦੀ ਬਾਹਰ ਨਿਕਲੀ ਜੀਭ ਵਾਂਗ ਲੱਗਿਆ, ਫਿਰ ਲਹੂ ਦੇ ਟੇਪੇ ਵਾਂਗ, ਅਖੀਰ ਤਿੱਖੇ ਲਿਸ਼ਕਾਰੇ ਨਾਲ ਲੋਪ ਹੋ ਗਿਆ। ਉਹਦੀ ਅੰਤਲੀ ਲਾਲੀ ਵਿੱਚ ਖੜ ਸੁੱਕ ਕਿੱਕਰ ਜਾਂ ਟਾਹਲੀ ਦਾ ਬੜਾ ਹੀ ਅਜੀਬ ਆਕਾਰ ਅਸਮਾਨ ਦੇ ਪਰਦੇ ਉੱਤੇ ਕਾਲੀਆਂ ਲੀਕਾਂ ਵਾਂਗ ਵਾਹਿਆ ਦਿਸਿਆ ਤੇ ਰੁੱਖ ਦੀਆਂ ਵਿੰਗ ਤੜੰਗੀਆਂ ਟਾਹਣੀਆਂ ਤਾਂਡਵ ਨਾਚ ਨੱਚ ਰਹੀਆਂ ਜਾਪੀਆਂ। ਦਿਲ ਤੇਜ਼ ਧੜਕਣ ਲੱਗ ਪਿਆ ਸੀ। ਏਡੇ ਚੰਗੇ ਮੰਦੇ ਤੇ ਰਲ ਗੱਡ ਜਿਹੇ ਖਿਆਲ ਉਹਨੂੰ ਅੱਗੇ ਕਦੇ ਨਹੀਂ ਸੀ ਆਏ। ਇਉਂ ਸੂਹੇ ਘਸਮੈਲੇ ਕਾਲੇ ਤੇ ਸਫੈਦ ਰੰਗਾਂ ਦਾ ਸੁਮੇਲ ਉਸ ਕਦੇ ਨਹੀਂ ਸੀ ਚਿਤਵਿਆ। ਇੰਜ ਖੁੱਲੇ ਅਸਮਾਨ ਹੇਠ ਖੜੋ ਕੇ ਬੇਝਿਜਕ ਉਹਨਾਂ ਰੰਗਾਂ ਨੂੰ ਇੱਕ ਦੂਜੇ 'ਚ ਘੁਲਦਿਆਂ ਕਦੇ ਨਹੀਂ ਸੀ ਵੇਖ ਸਕੀ। ਚਾਨਚੱਕ ਹੇਠ ਮੰਦਰ 'ਚ ਪੰਡਤ ਜੀ ਸੰਖ ਪੂਰਨ ਲੱਗ ਪਏ। ਉਸੇ ਵੇਲੇ ਉਹਨੇ ਸਾੜੀ ਦਾ ਪੱਲਾ ਠੀਕ ਕੀਤਾ, ਪੌੜੀਆਂ ਵੱਲ ਔਲੀ, ਪਰ 2 ਕਦਮ ਕਾਲੇ ਪੁੱਟੇ, ਫਿਰ ਹੌਲੀ ਹੋ ਗਈ। ਮੁੜ ਕੇ ਆਪਣੀ ਐਨਕ ਠੀਕ ਕਰਦਿਆਂ ਫਿਰ ਖੇਤਾਂ ਵੱਲ ਤੇ ਉਸ ਖੜ ਸੁੱਕ ਕਿੱਕਰ ਜਾਂ ਸ਼ਾਇਦ ਟਾਹਲੀ ਦੇ ਕਾਲੇ ਆਕਾਰ ਵੱਲ ਤੱਕਿਆ। ਸਣੇ ਬੱਦਲ ਤੇ ਅਸਮਾਨ ਦੇ ਸਭ ਰੰਗ ਧਰਤੀ ਦੇ ਇੱਕ ਘਸਮੈਲੇ ਦਾਖੀ ਰੰਗ 'ਚ ਇੱਕ-ਮਿਕ ਹੁੰਦੇ ਜਾ ਰਹੇ ਸੀ। ਸੰਖ ਦੀ ਚੀਕਵੀਂ ਆਵਾਜ਼ ਕੰਨਾਂ ਨੂੰ ਚੁਭਦੀ ਲੱਗੀ। ਸੁਰਤੀ ਦਾਦੀ ਘੜਿਆਲ ਵੀ ਖੜਕਾਉਣ ਲੱਗ ਪਈ ਸੀ। ਦੋਹਾਂ ਦੀ ਰਲਵੀਂ ਆਵਾਜ਼ ਮਨ ਅੰਦਰ ਅਦਭੁਤ ਖਿਝ ਜਿਹੀ ਪੈਦਾ ਕਰ ਰਹੀ ਸੀ। ਚਿੱਤ ਹੋਰ ਕਾਲਾ ਪੈ ਰਿਹਾ ਸੀ, ਪਰ ਕਦਮ ਹੌਲੀ ਹੋ ਰਹੇ ਸਨ। ਹੇਠ ਆਈ ਤਾਂ ਪੰਡਤ ਜੀ ਓਮ ਓਮ ਦਾ ਜਾਪ ਕਰਦੇ ਮੂਰਤੀਆਂ ਸਾਹਮਣੇ ਪਏ ਸਵੇਰ ਦੇ ਬਹੇ ਮੁਰਝਾਏ ਫੁੱਲਾਂ ਨੂੰ ਚਿਣ-ਚਿਣ ਰੱਖ ਰਹੇ ਸਨ। ਮੂਰਤੀਆਂ ਦੇ ਸਿਖਰ ਲੱਗੀ ਹੋਈ ਅਸਮਾਨੀ ਰੰਗ ਦੀ ਬੱਤੀ ਦੇ ਤੇਜ਼ ਚਾਨਣ ਨਾਲ ਗੋਪਾਲ ਜੀ ਦਾ ਰੰਗ ਵਧੇਰੇ ਸਾਂਵਲਾ ਦਿਸ ਰਿਹਾ ਸੀ ਤੇ ਰਾਧਿਕਾ ਦੇ ਗੋਰੇ ਮੁਖੜੇ ਉੱਤੇ ਅੰਤਾਂ ਦੀ ਲਿਸ਼ਕ ਆ ਗਈ ਸੀ। ਰਾਧਿਕਾ ਦੇ ਹੋਠਾਂ ਉੱਤੇ ਮੱਧਮ ਪਰ ਅੰਦਰਲੀ ਕਿਸੇ ਤਸੱਲੀ ਨਾਲ ਖਿੜੀ ਹੋਈ ਮੁਸਕਰਾਹਟ ਅਤ ਲੁਭਾਉਣੀ ਲੱਗਦੀ ਸੀ, ਪਰ ਸ਼ਾਮ ਜੀ ਦੇ ਹੋਂਠ ਬਿਨਾਂ ਬੰਸਰੀ ਤੋਂ ਵੀ ਗੰਭੀਰ ਹੋਏ ਲੱਗਦੇ ਸੀ। ਉਹ ਰੁੱਸੇ ਹੋਏ ਸੀ। ਫਿਰ ਪੰਡਤ ਜੀ ਭਜਨ ਗਾਉਣ ਲੱਗੇ ਤਾਂ ਉਹਨਾਂ ਦੀ ਆਵਾਜ਼ ਬੇਸੁਰੀ ਤੇ ਬੇਰਸ ਲੱਗਣ ਲੱਗ ਪਈ। ਜੀ ਕੀਤਾ ਆਪਣਾ ਤਾਨਪੁਰਾ ਚੁੱਕ ਲਏ, ਪਰ ਉਹਨੂੰ ਸਾਂਭਿਆ ਤਾਂ ਜਿਵੇਂ ਜੁਗ ਬੀਤ ਗਏ। ਹੁਣ ਤਾਂ ਉਹਦੇ ਉਛਾੜ ਉੱਤੇ ਕਿੰਨੀ ਕਿੰਨੀ ਧੂੜ ਜੰਮ ਗਈ ਹੋਏਗੀ। ਕੀਰਤਨ ਪਿੱਛੋਂ ਆਰਤੀ ਹੋਈ ਸੁੱਖ ਸੰਪਤੀ ਘਰ ਆਵੇ ਵਾਲੀ ਸਤਰ ਉੱਤੇ ਆ ਕੇ ਮਨ ਹੋਰ ਹੀ ਵਹਿਣਾਂ 'ਚ ਬਹਿ ਤੁਰਿਆ। ਕੋਈ ਨਿਸ਼ਕਾਮ ਭਗਤ ਇਹ ਕਿਉਂ ਮੰਗਦਾ ਹੈ? ਕਿ ਇਉਂ ਆਪਣੀ ਭਗਤੀ ਦਾ ਮੁੱਲ ਨਹੀਂ ਮੰਗ ਰਿਹਾ ਹੁੰਦਾ? ਪਰ ਇਹ ਸੋਚ ਵੀ ਮਨ ਦੀ ਅਸਥਿਰਤਾ ਜਾਪੀ। ਚੁੱਪ ਕਰਕੇ ਚਰਨਾਮਿਤ ਲਈ ਤੇ ਪੰਡਤ ਜੀ ਨੂੰ ਕੁਝ ਹਦਾਇਤਾਂ ਦੇ ਕੇ ਚੁਬਾਰੇ 'ਚ ਮੁੜ ਆਈ। ਅੱਜ ਤੋਂ ਥਮ ਭੋਜਨ ਅੱਠੇ ਖਾਓਗੇ ਨਾ ਜੀ? ਬੜੇ ਚਾਅ ਤੇ ਨਿਮਰਤਾ ਨਾਲ ਸੁਰਤੀ ਨੇ ਬੂਹੇ ਅੱਗੇ ਆ ਕੇ ਚੁਗਾਠ ਦਾ ਸਹਾਰਾ ਲੈਂਦਿਆਂ ਪੁੱਛਿਆ, ਮਨੇ ਮੂੰਗ ਕੀ ਧੋਈ ਦਾਲ ਤੋਂ ਧਰ ਰੱਖੀ ਸੈ, ਔਰ ਕਹੋ ਤੋ ਕਿਵੇਂ ਉਹ ਬਣਾ ਦਿਓ ਜੀ? ਨਾ ਬਸ ਠੀਕ ਹੈ, ਉਹਨੇ ਬਿਨਾਂ ਸੋਚੇ ਅਜਿਹਾ ਜਵਾਬ ਦਿੱਤਾ ਕਿ ਸੁਰਤੀ ਨੇ ਆਪਣੇ ਅਰਥ ਕੱਢ ਲਏ ਤੇ ਮਨ ਦੀ ਦੁਵਿਧਾ ਮਿਟ ਗਈ। ਸੁਰਤੀ ਅੱਛਾ ਜੀ ਕਹਿ ਕੇ ਰੋਟੀ ਦੇ ਆਰ ਜਾ ਲੱਗੀ ਤੇ ਉਹ ਆਪਣੀ ਪਸ਼ਮੀਨੇ ਦੀ ਭਗਵੀਂ ਚਾਦਰ ਦੀ ਬੁੱਕਲ ਮਾਰੀ ਕੰਧ ਨਾਲ ਢੋ ਲਾ ਕੇ ਬੈਠੀ। ਪੌੜੀਆਂ 'ਚੋਂ ਕਿਸੇ ਦੀ ਪੈੜ ਚੱਲਦੀਆਂ ਬਿੜਕਾਂ ਲੈਂਦੀ ਰਹੀ। ਕਾਲਾ ਪਿਆ ਮਨ ਮੁੜ ਮੁੜ ਘਰ, ਭਰਾ ਜੀ, ਭਰਜਾਈ ਤੇ ਉਹਨਾਂ ਦੇ ਪਰਿਵਾਰ ਬਾਰੇ ਸੋਚ ਰਿਹਾ ਸੀ, ਪਰ ਆਪੇ ਹੀ ਸਭ ਵੱਲੋਂ ਧਿਆਨ ਹਟਾ ਕੇ ਆਪਣੀ ਨਿੱਜੀ
ਨਵੀਂ ਦੁਨੀਆ ਦੇ ਖੁੱਲੇ ਬ੍ਰਹਿਮੰਡਾਂ 'ਚ ਘੁੰਮਣ ਲੱਗ ਪੈਂਦੀ। ਪਰ ਇਸ ਦੁਨੀਆ ਦਾ ਆਕਾਰ ਤੇ ਰੰਗ ਅਜੇ ਧੁੰਦਲੇ ਸੀ, ਇਸ ਲਈ ਸੋਚੀ ਪੈ ਕੇ ਉਸ ਵਿੱਚ ਗੁਆਚ ਜਾਂਦੀ। ਰਾਹ ਖਹਿੜਾ ਨਹੀਂ ਸੀ ਲੱਭਦਾ। ਟਾਈਮ ਪੀਸ ਵੱਲ ਵੇਖਿਆ, 9 ਵੱਜ ਗਏ ਸੀ। ਹੁਣ ਘਰੋਂ ਕਿਸੇ ਦੇ ਆਉਣ ਦੀ ਆਸ ਨਹੀਂ ਸੀ। ਸੁਰਤੀ ਤਾਜ਼ੇ ਪਾਣੀ ਦੀ ਗੜਵੀ ਤੇ ਗਲਾਸ ਰੱਖ ਗਈ ਸੀ ਤੇ ਨਾਲ ਰਾਮ ਰਾਮ ਰਾਧੇ ਸ਼ਾਮ ਜਪਦਿਆਂ ਰੋਟੀ ਲੈਣ ਚਲੀ ਗਈ। ਉਹਦੀ ਕੁੱਬੀ ਪਿੱਠ ਰਤਾ ਸਿੱਧੀ ਹੋ ਗਈ ਲੱਗਦੀ ਸੀ ਤੇ ਨੰਗੇ ਪੈਰਾਂ ਦੀ ਫੁਰਤੀ ਵੱਧ ਗਈ ਸੀ। ਉਹਨੂੰ ਇਉਂ ਚਾਅ ਜਿਹਾ ਚੜਿਆ ਹੋਇਆ ਸੀ ਜਿਵੇਂ ਬਿੱਦਰ ਦੇ ਘਰ ਭਗਵਾਨ ਆਏ ਹੋਣ, ਤੇ ਦਾਦੀ ਸੂਰਤੀ ਦਾ ਇਹ ਚਾਅ ਹੀਰਾ ਦੇਵੀ ਕਿਵੇਂ ਵੀ ਭੰਗ ਨਹੀਂ ਸੀ ਕਰਨਾ ਚਾਹੁੰਦੀ। ਜਦ ਸਵੇਰ ਦੀ ਭੁੱਖੀ ਨੂੰ ਸੁਰਤੀ ਨੇ ਏਡੇ ਚਾਅ ਨਾਲ ਰੋਟੀ ਪਰੋਸੀ ਤਾਂ ਅਸਲੀ ਰੂਪ 'ਚ ਭਗਵਾਨ ਦੀ ਲੀਲਾ ਦਾ ਜਾਂ ਸ਼ਾਇਦ ਪ੍ਰੇਮ ਲਾਲਸਾ ਦਾ ਅਨੁਭਵ ਹੋਇਆ, ਜਿਸ ਕਰਕੇ ਉਹਨਾਂ ਦੁਰਯੋਧਨ ਦੇ 36 ਪਦਾਰਥ ਤਿਆਗ ਕੇ ਬਿੱਦਰ ਦਾ ਸਾਗ ਭਾਤ ਖਾਧਾ ਹੋਏਗਾ। ਠੀਕ ਸੀ, ਸੁਰਤੀ ਜਿੰਨਾ ਸਤਿਕਾਰ ਉਹਨੂੰ ਭਰਾ ਜੀ ਦੇ ਘਰ ਕੌਣ ਦੇ ਸਕਦਾ ਸੀ। ਉਹ ਤਾਂ ਹੁਣ ਨਿੱਘਾ ਪਾਣੀ ਕਰਕੇ ਉਹਦੇ ਹੱਥ ਧੋਣ ਲਈ ਕਿੰਨੇ ਚਿਰ ਦੀ ਖੂੰਜੇ ਮੋਰੀ ਕੋਲ ਖੜੋਤੀ ਉਹਦੀ ਉਡੀਕ ਕਰ ਰਹੀ ਸੀ। ਉੱਥੇ ਕੌਣ ਉਹਦੀ ਉਡੀਕ ਕਰਦਾ ਸੀ। ਬਸ ਦਾਦੀ, ਤੂੰ ਰੋਟੀ ਖਾ ਕੇ ਆ ਜਾ, ਆਪਾਂ ਗੱਲਾਂ ਕਰਾਂਗੇ। ਉਸ ਹੱਥ ਧੋਂਦਿਆਂ ਰਤਾ ਖਿੜੇ ਮਨ ਨਾਲ ਕਿਹਾ। ਅੱਛਾ ਜੀ, ਬਸ ਬਰਤਨ ਮਾਂਜ ਪੂੰਝ ਕੇ ਇੱਥੇ ਆਈ, ਇੱਬੀ ਆਈ। ਸੁਰਤੀ ਦਾ ਚਾਅ ਉਹਦੇ ਹਰ ਸ਼ਬਦ ਵਿੱਚੋਂ ਫੁੱਟ-ਫੁੱਟ ਪੈ ਰਿਹਾ ਸੀ, ਜਿਵੇਂ ਉਹਨੂੰ ਗੱਲਾਂ ਕਰਨ ਲਈ ਨਹੀਂ, ਤਰਲੋਕੀ ਦਾ ਰਾਜ ਬਖਸ਼ਣ ਲਈ ਸੱਦ ਰਹੀ ਹੋਵੇ। ਕੁਝ ਚਿਰ ਪਿੱਛੋਂ ਜਦੋਂ ਸੁਰਤੀ ਆਈ ਤਾਂ ਉਹਨੇ ਆਪਣੀ ਗੋਦੜੀ ਨਾਲ ਚੁੱਕੀ ਹੋਈ ਸੀ। ਇਹ ਹੀਰਾ ਦੇਵੀ ਦੇ ਪੈਰਾਂ ਵੱਲ ਵਿਛਾਉਂਦਿਆਂ ਉਸੇ ਚਾਅ ਨਾਲ ਕਿਹਾ, ਥੰਮ ਅੱਠੇ ਰੋਜ਼ ਸੋਇਆ ਕਰੋ ਤੋ ਮੇਰਾ ਜੀ ਲੱਗਿਆ ਰਾਇਆ ਕਰੇ ਜੀ। ਕੇਸਰੀ ਦੇ ਗਿਆ ਪਿੱਛੇ ਤੋਂ ਰਾਤ ਹੀ ਕੋਨੀ ਬੀਤਦੀ ਜੀ। ਕੇਸਰੀ ਦੀ ਗੱਲ ਛਿੜੀ ਤਾਂ ਸੁਰਤੀ ਨੇ ਜਿਵੇਂ ਅੱਲਾ ਜ਼ਖਮ ਉਚੇੜ ਦਿੱਤਾ। ਕੇਸਰੀ ਦਾ ਕਦੇ ਉਦਾਸਿਆ ਕਦੇ ਖਿੜਿਆ ਚਿਹਰਾ ਅੱਖਾਂ ਸਾਹਮਣੇ ਆ ਗਿਆ। ਕੋਈ ਮੋਹ ਮਾਇਆ ਦਾ ਕੀ ਕਰੇ, ਜਦੋਂ ਉਹਦੀ ਤਿਲਕਣ ਉੱਤੇ ਪੈਰ ਟਿਕਦੇ ਆ ਤਾਂ ਸੰਭਲਿਆ ਨਹੀਂ ਜਾਂਦਾ। ਬੰਦਾ ਲੱਖ ਯਤਨ ਕਰ ਲਏ, ਇਸ ਤੋਂ ਬਚਿਆ ਨਹੀਂ ਜਾਂਦਾ। ਕੇਸਰੀ ਦੀ ਕੋਈ ਉਗ ਸੁਗ ਨਹੀਂ ਮਿਲੀ ਦਾਦੀ? ਉਤਸੁਕਤਾ ਨਾਲ ਬਿੰਦਕ ਪਿੱਛੋਂ ਪੁੱਛਿਆ। ਦਾਦੀ ਸੰਖੇਪ 'ਚ ਉੱਤਰ ਦੇਣ ਦੀ ਥਾਂ ਸਾਰੀ ਕਹਾਣੀ ਛੋ ਬੈਠੀ। ਪਿਛਲੇ शनिवार ने उसका भाई आया, हमने तो मिलिया को नहीं, मन्ने पूछ पाछ के चलिया गया। वाक़ा ये था कि हमने सब दिल्ली दखन ढूंढ मारे, कहीं को नहीं मिली। अब हरिद्वार जाऊंगा, उठे बता मैं कि कई लोगों ने नेक बार फिर दी देखी थी। ये होर भी माड़ी गल सी कि केसरी दा अजे तक कोई पता ही नहीं सी लग्या। फिर ਉਹਨੂੰ ਇੱਕ ਅਜੀਬ ਖਿਆਲ ਨੇ ਝੰਜੋੜ ਕੇ ਫਿਕਰ 'ਚ ਪਾਤਾ ਕਿ ਜੇ ਭਲਾ ਉਹਦੇ ਪੇਕਿਆਂ ਨੇ ਮੇਰੇ ਉੱਤੇ ਕੋਈ ਦੂਸ਼ਣ ਲਾਤਾ। ਤੇ ਅੱਧੀ ਰਾਤ ਪਿੱਛੋਂ ਮਨ ਅਜੇ ਵਹਿਣਾਂ 'ਚ ਪਿਆ, ਪਤਾ ਨਹੀਂ ਕਿਹੜੀਆਂ ਗਲੀਆਂ ਤੁਰਿਆ ਫਿਰਿਆ। ਕੇਸਰੀ ਦੇ ਖਿਆਲਾਂ ਤੋਂ ਰਤਾ ਸੁਰਤ ਲਾਂਭੇ ਹੁੰਦੀ ਤਾਂ ਭਰਾ ਜੀ ਤੇ ਉਹਨਾਂ ਦੇ ਪਰਿਵਾਰ ਦੇ ਬਦਲੇ ਵਤੀਰੇ ਉਲਝਣ 'ਚ ਜਾ ਫਸਦੀ। ਸੁਰਤੀ ਤਾਂ ਕਦੇ ਦੀ ਆਪਣੇ ਭਤੀਜੇ ਦੇ ਵਿਆਹ ਦੀਆਂ ਸਾਰੀਆਂ ਗੱਲਾਂ ਸਣੇ ਰਸਮ ਰਿਵਾਜ ਦੀ ਸੁਣਾ ਕੇ ਸੌਂ ਗਈ ਸੀ। ਬੱਤੀ ਵੀ ਉਸ ਬੁਝਾਤੀ ਸੀ। ਮੌਸਮ ਬਦਲ ਜਾਣ ਕਰਕੇ ਰਜਾਈ 'ਚ ਗਰਮੀ ਆ ਰਹੀ ਸੀ। ਉਸ ਉੱਠ ਕੇ ਸਾਹਮਣੇ ਖਿੜਕੀ ਖੋਲ੍ਹਤੀ। ਅਸਮਾਨ 'ਚ ਚਾਂਦੀ ਦੀ ਟਿੱਕੀ ਵਰਗਾ ਲਿਸ਼ ਕਰਦਾ ਚੰਦ ਅਸਮਾਨ ਤੇ ਸਿਖਰ ਆਇਆ ਹੋਇਆ ਸੀ। ਹੇਠਾਂ ਤਾਰੇ ਬਹੁਤ ਹੀ ਚਮਕੀਲੇ ਲੱਗਦੇ ਸੀ, ਪਰ ਇਹਨਾਂ ਵੱਲ ਸਿਰਫ ਝਾਤ ਹੀ ਪਾ ਕੇ ਮੁੜ ਪਈ। ਹਵਾ ਦੇ ਇੱਕ ਠੰਡੇ ਬੁੱਲੇ ਕਰਕੇ ਪਾਲਾ ਲੱਗਿਆ ਸੀ। ਫਿਰ ਪਿਆਂ ਕੁੱਕੜ ਦੀਆਂ ਬਾਂਗਾਂ ਸੁਣਨ ਲੱਗ ਪਈਆਂ। ਕਪਾਹ ਵਾਲੇ ਕਾਰਖਾਨੇ ਦਾ ਖਰਵਾ ਜਿਹਾ ਘੁੱਗੂ ਹੂ ਕਰਕੇ ਇੰਜ ਵੱਜਿਆ ਜਿਵੇਂ ਟਿੱਕੀ ਰਾਤ 'ਚ ਗਿੱਦੜ ਹੁਆਂਕ ਰਿਹਾ ਹੋਵੇ। ਇਹ ਤੋਂ ਸੱਚੀ ਉਤਰਹਿ ਗਈ ਤੇ ਉੱਠ ਕੇ ਬਹਿ ਗਈ। ਰਾਤ ਬੀਤ ਗਈ ਸੀ, ਸਵੇਰਾ ਹੋਣ ਵਾਲਾ ਸੀ। ਸਾਰੇ ਅੰਗ ਉਣਿੰਦਰੇ ਕਾਰਨ ਥੱਕੇ ਤੇ ਨਿਢਾਲ ਹੋਏ ਪਏ ਸੀ। ਖੱਬੀ ਅੱਖ ਦੇ ਬਾਹਰਲੇ ਕੋਏ 'ਚ ਤਿੱਖੀ ਰੜਕ ਪੈ ਰਹੀ ਸੀ। ਮੁੜ ਕਈ ਤਰ੍ਹਾਂ ਦੇ ਉੱਪਰੇ ਖਿਆਲ ਫੇਰ ਆਉਣ ਲੱਗ ਪਏ। ਦਾਦੀ, ਉਸ ਉੱਠ ਕੇ ਬੱਤੀ ਜਗਾਉਂਦਿਆਂ ਆਵਾਜ਼ ਮਾਰੀ ਤਾਂ ਸੁਰਤੀ ਰਾਮ ਕਰਦੇ ਉੱਠ ਕੇ ਬਹਿ ਗਈ। ਫਿਰ ਪਿਆਂ ਕੁੱਕੜ ਦੀਆਂ ਬਾਂਗਾਂ ਸੁਣਨ ਲੱਗ ਪਈਆਂ। ਕਪਾਹ ਵਾਲੇ ਕਾਰਖਾਨੇ ਦਾ ਖਰਵਾ ਜਿਹਾ ਘੁੱਗੂ ਇੰਜ ਵੱਜਿਆ, ਉਤਰਹਿ ਗਈ। ਰਾਤ ਬੀਤ ਗਈ ਸੀ, ਸਵੇਰਾ ਹੋਣ ਵਾਲਾ ਸੀ। ਸਾਰੇ ਅੰਗ ਉਣਿੰਦਰੇ ਕਾਰਨ ਥੱਕੇ ਤੇ ਨਿਢਾਲ ਹੋਏ ਸੀ। ਖੱਬੀ ਅੱਖ ਦੇ ਬਾਹਰਲੇ ਕੋਏ 'ਚ ਤਿੱਖੀ ਰੜਕ ਪੈ ਰਹੀ ਸੀ। ਮੁੜ ਕਈ ਤਰ੍ਹਾਂ ਦੇ ਉੱਪਰੇ ਖਿਆਲ ਫੇਰ ਆਉਣ ਲੱਗ ਪਏ। ਦਾਦੀ, ਉਸ ਉੱਠ ਕੇ ਬੱਤੀ ਜਗਾਉਂਦਿਆਂ ਆਵਾਜ਼ ਮਾਰੀ ਤਾਂ ਸੁਰਤੀ ਰਾਮ ਕਰਦਿਆਂ ਉੱਠ ਕੇ ਬਹਿ ਗਈ। ਮਨੇ ਤੂੰ ਅੱਜ ਨੀਂਦ ਬੜੀ ਆਈ ਜੀ, ਕਿ ਟਾਈਮ ਹੋਈ ਗਿਓ ਜੀ? ਸੁਰਤੀ ਨੇ ਚੰਗੀ ਤਰ੍ਹਾਂ ਅੱਖਾਂ ਉਘੇੜ ਕੇ ਉਸ ਵੱਲ ਤੱਕਦਿਆਂ ਪੁੱਛਿਆ। 4:30 ਹੋਏ ਐ, ਉੱਠ ਕੇ ਪਾਣੀ ਧਾਣੀ ਲਿਆ, ਮੈਂ ਛੇਤੀ ਜਾਣਾ। ਇਕੱਠੇ ਜੀ? ਸੁਰਤੀ ਨੂੰ ਰਤਾ ਹੈਰਾਨੀ ਹੋਈ ਕਿ ਉਸ ਏਡੇ ਸਵੇਰੇ ਕਿੱਥੇ ਜਾਣਾ ਸੀ, ਪਰ ਉਦੋਂ ਹੀ ਕਿੱਥੇ ਪੁੱਛਣ ਦੀ ਕੁਸ਼ਗਨੀ ਕਰਕੇ ਉਹ ਛਿੱਥੀ ਵੀ ਪੈ ਗਈ। ਜਾਣਾ ਤਾਂ ਘਰ ਹੀ ਹੈ। ਸੁਰਤੀ ਇੱਬੀ ਲਿਓ ਜੀ ਕਹਿ ਕੇ ਉੱਠੀ ਤੇ ਬਿਨਾਂ ਮੂੰਹ ਹੱਥ ਧੋਤਿਆਂ ਪਾਣੀ ਤੱਤਾ ਰੱਖ ਦਿੱਤਾ।
ਸਟੋਵ ਦੀ ਕੁਰਖਤ ਆਵਾਜ਼ ਕੰਨਾਂ ਨੂੰ ਸੁਖਾਉਂਦੀ ਨਹੀਂ ਸੀ। ਚਿੱਤ ਜਦੋਂ ਹੋਰ ਕਾਲਾ ਪੈਣ ਲੱਗਾ ਤਾਂ ਖੜਾਵਾਂ ਪਾ ਕੇ ਚਬਾਰੇ ਤੇ ਚਲੀ ਗਈ। ਅਸਮਾਨ ਬੜਾ ਨਿਖਰਿਆ ਸੀ। ਪੂਰਬ ਵਾਲੇ ਪਾਸੇ ਤਾਰੇ ਮੱਧਮ ਪੈਣ ਦੀ ਥਾਂ ਭਾਵੇਂ ਅਜੇ ਹੋਰ ਤਿੱਖੇ ਟਹਿਕ ਰਹੇ ਸੀ, ਪਰ ਤਦ ਵੀ ਨਗਰ ਉੱਤੇ ਕਾਲਾ ਪਰਦਾ ਤਣਿਆ ਜਾਪਦਾ ਸੀ। ਕੋਈ ਆਵਾਜ਼ ਕਿੱਧਰੋਂ ਵੀ ਸੁਣਾਈ ਨਹੀਂ ਸੀ ਦੇ ਰਹੀ। ਫਿਰ ਕਪਾਹ ਦੇ ਕਾਰਖਾਨੇ ਦੀਆਂ ਵੇਲਣੀਆਂ ਦੀ ਖਰਵੀ ਖੜਖੜ ਸੁਣਾਈ ਦਿੱਤੀ। ਨਾਲ ਹੀ ਗੁਰਦੁਆਰੇ ਦੇ ਨਿਤਨੇਮੀ ਸੰਤੋਖੇ ਰੋੜੇ ਦਾ ਸੁਖਮਨੀ ਦਾ ਪਾਠ ਵੀ ਸੁਣਨ ਲੱਗ ਪਿਆ। ਉਹ ਸੰਤਾਂ ਦੀ ਮਹਿਮਾ ਦੁਹਰਾਉਂਦਾ ਆਪਣੇ ਵੱਡੇ ਵੱਡੇ ਲਿਪਤਰੇ ਘੜੀਸਦਾ ਬਾਹਰਲੀ ਸੜਕ ਵੱਲ ਆ ਰਿਹਾ ਸੀ। ਤਿੱਖੀ ਟਾਂਟੀ ਆਵਾਜ਼ ਕੰਨਾਂ ਨੂੰ ਅਸੁਖਾਵੀਂ ਲੱਗਦੀ ਸੀ, ਪਰ ਪਰਮਾਤਮਾ ਤੇ ਸੰਤਾਂ ਦੀ ਉਸਤਤ ਦੇ ਸ਼ਬਦ ਮੁੜ ਸੁਖਾਵੇਂ ਲੱਗਣ ਲੱਗ ਪਏ। ਬੇਮਤਲਬ ਹੀ 2-3 ਗੇੜੇ ਉਹਨੇ ਛੱਤ ਦੇ ਕੱਢੇ ਤੇ ਫਿਰ ਜਿਵੇਂ ਕਾਹਲ ਨਾਲ ਗਈ ਸੀ ਉਵੇਂ ਮੁੜ ਆਈ। ਇੱਕ ਪਲ ਵੀ ਹੋਰ ਰੁਕਣਾ ਸੰਭਵ ਹੋ ਗਿਆ ਸੀ। ਦਾਦੀ ਚਾਹ ਬਣੀ? ਉਹਨੇ ਚੁਬਾਰੜੀ ਮੂਹਰੇ ਆ ਕੇ ਉਸ ਪੁੱਛਿਆ। ਪੱਬ ਪਤੀਲੀ ਵੱਲ ਵੇਖ ਕੇ ਆਪ ਹੀ ਬੋਲੀ, ਨਹੀਂ ਹੋਈ, ਛੇਤੀ ਕਰ। ਸੁਰਤੀ ਨੇ ਸਟੋਵ 'ਚ ਹੋਰ ਹਵਾ ਭਰਤੀ। ਉਹਦੀ ਆਵਾਜ਼ ਹੋਰ ਖਰਵੀ ਤੇ ਤਿੱਖੀ ਹੋਣ ਕਰਕੇ ਜਿਵੇਂ ਕੰਨਾਂ ਨੂੰ ਖਾਣ ਲੱਗ ਪਈ ਹੋਵੇ। ਨੀਲੇ ਸੂਹੇ ਰੰਗ ਦੀਆਂ ਲਾਟਾਂ ਚਾਰੇ ਪਾਸਿਓਂ ਪਤੀਲੀ ਦੇ ਕਾਲੇ ਥੱਲੇ ਨੂੰ ਚੱਟਣ ਲੱਗ ਪਈਆਂ, ਪਰ ਇਸ ਨਾਲ ਮਨ ਦੀ ਕਾਹਲ ਦਾ ਮੇਲ ਜਿਵੇਂ ਮਿਲ ਗਿਆ ਜਾਪਿਆ ਤੇ ਉਹ ਸਟੋਵ ਦੇ ਕੋਲੇ ਇਉਂ ਆ ਬੈਠੀ ਜਿਵੇਂ ਹੱਥ ਸੇਕਣ ਲੱਗੀ ਹੋਵੇ। ਸੁਰਤੀ ਨੇ ਹੈਰਾਨ ਹੋ ਕੇ ਉਸ ਵੱਲ ਤੱਕਿਆ ਤੇ ਉਹਦੀ ਇਸ ਅਸਾਧਾਰਨ ਹਰਕਤ ਉੱਤੇ ਪਹਿਲਾਂ ਤਾਂ ਭਵੱਤਰ ਗਈ, ਪਰ ਫਿਰ ਮੁੰਜ ਦਾ ਮੂੜਾ ਚੁੱਕ ਕੇ ਡਾਉਂਦਿਆਂ ਬੋਲੀ, ਇਸ ਪਰ ਬੈਠੋ ਜੀ। ਉਹ ਮੂੜੇ ਤੇ ਠੀਕ ਹੋ ਕੇ ਬਹਿ ਗਈ। ਨਿਗਾਹ ਅਜੇ ਵੀ ਸਟੋਵ ਦੀਆਂ ਸੂਈਆਂ ਲਾਟਾਂ ਤੇ ਗੱਡੀ ਹੋਈ ਸੀ। ਸੁਰਤੀ ਹੈਰਾਨ ਪਰੇਸ਼ਾਨ ਹੋਈ ਉਹਨੂੰ ਸਿਰ ਤੋਂ ਪੈਰਾਂ ਤੱਕ ਵੇਂਦੀ ਰਹੀ। ਕਿੰਨਾ ਚਿਰ ਕੁਝ ਬੋਲ ਨਹੀਂ ਸਕੀ। ਦਾਦੀ, ਉਹ ਬੜਵਾਇਆ ਬੋਲੀ, ਤੂੰ ਕਦੇ ਇਹ ਸੋਚਿਆ ਵੀ ਅੱਗ ਕਿਉਂ ਬਲਦੀ ਹੈ? ਕੀ ਕਿਹਾ ਜੀ? ਸੁਰਤੀ ਬੌਂਦਲ ਜੀ ਗਈ। ਹੀਰਾ ਦੇਵੀ ਰਤਾ ਮੁਸਕਰਾਈ ਤੇ ਠਰਮੇ ਨਾਲ ਬੋਲੀ, ਮੈਂ ਪੁੱਛਿਆ ਵੀ ਅੱਗ ਕਿਉਂ ਬਲਦੀ ਹੈ? ਇਸੇ ਕਰਕੇ ਨਾ ਕਿ ਬਲ ਕੇ ਹਰ ਅਸ਼ੁੱਧ ਚੀਜ਼ ਨੂੰ ਸ਼ੁੱਧ ਕਰ ਦੇ। ਸੁਰਤੀ ਸੱਚੀ ਹੈਰਾਨ ਹੋ ਗਈ ਸੀ ਤੇ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਉੱਤਰ ਦੇਵੇ, ਪਰ ਉਹਦੇ ਬੋਲਣ ਤੋਂ ਪਹਿਲਾਂ ਹੀਰਾ ਦੇਵੀ ਚੁੱਪਚਾਪ ਹੀ ਉੱਠ ਕੇ ਚਲੀ ਗਈ। ਕੁਝ ਚਿਰ ਪਿੱਛੋਂ ਸੁਰਤੀ ਕਰਮੰਡਲ 'ਚ ਪਾਣੀ ਰੱਖ ਕੇ ਗਈ ਤਾਂ ਉਸ ਵੇਖਿਆ ਹੀਰਾ ਦੇਵੀ ਕੇਸ ਖੋਲ ਕੇ ਉਂਗਲਾਂ ਨਾਲ ਫਰੋਲ ਰਹੀ ਸੀ। ਉਸੇ ਵੇਲੇ ਉੱਠ ਕੇ ਖੂੰਜੇ ਵੱਲ ਆਈ। ਸੁਰਤੀ ਅਜੇ ਬੂਹੇ ਤੱਕ ਵੀ ਨਹੀਂ ਸੀ ਅੱਪੜੀ ਕਿ ਉਸ ਮੂੰਹ ਤੇ ਛੱਟੇ ਮਾਰ ਲਏ। ਉਸ ਪਿੱਛੋਂ ਪਲਾਂ 'ਚ ਹੀ ਤਿਆਰ ਹੋ ਕੇ 2 ਘੁੱਟਾਂ ਚਾਹ ਦੀਆਂ ਪੀ ਕੇ ਤੁਰਦਿਆਂ ਬੋਲੀ, ਦਾਦੀ, ਅੱਜ ਮੈਂ ਤੋਂ ਕੀਰਤਨ ਵੇਲੇ ਨਹੀਂ ਆਇਆ ਜਾਣਾ, ਪੰਡਤ ਜੀ ਨੂੰ ਦੱਸ ਦੇਈਂ। ਸੁਰਤੀ ਲਈ ਇਹ ਸੁਣਨਾ ਸੂਰਜ ਪੱਛਮੋਂ ਚੜ੍ਹਨ ਵਾਲੀ ਗੱਲ ਸੀ। ਉਹ ਘਬਰਾਈ ਜੀ ਉਸ ਵੱਲ ਵੇਂਦੀ ਰਹਿ ਗਈ ਤੇ ਹੀਰਾ ਦੇਵੀ ਪੌੜੀਆਂ ਉਤਰ ਗਈ। ਬਾਹਰ ਅਜੇ ਵੀ ਖਾਸਾ ਹਨੇਰਾ ਸੀ। ਗਲੀ ਦੇ ਖੰਭਿਆਂ ਦੀਆਂ ਬੱਤੀਆਂ ਜਗ ਰਹੀਆਂ ਸੀ। ਟਾਵੀਆਂ ਤੀਵੀਆਂ ਆਪਣੇ ਭਾਰੇ ਸਲੀਪਰ ਠਿੱਬੇ ਛਿੱਤਰਾਂ ਵਾਂਗ ਘੜੀਸਦੀਆਂ ਬਾਹਰ ਜਾ ਰਹੀਆਂ ਸੀ। ਇਹਨਾਂ 'ਚ ਕਈ ਉਹਦੀਆਂ ਜਾਣੂ ਸੀ, ਪਰ ਉਹਨੇ ਉਹਨਾਂ ਕੋਲੋਂ ਮੂੰਹ ਲੁਕਾਉਣ ਲਈ ਚਾਦਰ ਦਾ ਪੱਲਾ ਮੂੰਹ ਉੱਤੇ ਲੈ ਲਿਆ। ਜਦੋਂ ਗਲੀ ਦਾ ਮੋੜ ਮੁੜਨ ਲੱਗੀ ਤਾਂ ਸੌਂਦਾ ਮਲ ਹੁੱਕੀ ਤੇ ਅੱਗ ਧਰ ਕੇ ਜ਼ੋਰ ਦੀ ਖੰਘਦਿਆਂ ਥੜੀ ਤੋਂ ਹੇਠ ਉਤਰਿਆ ਤੇ ਬੀਬੀ ਇਸ ਵੇਲੇ ਕਿੱਧਰ ਕਹਿ ਕੇ ਪਿੱਠ ਪੁਆ ਲਈ। ਉਹ ਚੁੱਪਚਾਪ ਤੁਰੀ ਗਈ ਜਿਵੇਂ ਉਹਨੂੰ ਗੱਲ ਸੁਣੀ ਨਾ ਹੋਵੇ, ਪਰ ਅਜੀਬ ਅਹਿਸਾਸ ਦਿਲ 'ਚ ਕੰਡੇ ਵਾਂਗ ਚੁਭਣ ਲੱਗ ਪਿਆ। ਸੌਂਦਾ ਮਲ ਦੇ ਬੋਲਣ ਦਾ ਲਹਿਜਾ ਏਡਾ ਉੱਪਰਾ ਸੀ ਕਿ ਉਹਨੂੰ ਇਤਬਾਰ ਨਹੀਂ ਸੀ ਆ ਰਿਹਾ। ਇੱਕ ਵਾਰ ਜੀ ਕੀਤਾ ਕਿ ਗੱਲ ਭੁਲਾ ਦੇਵੇ, ਪਰ ਨਹੀਂ ਸੀ ਭੁੱਲਦੀ। ਘਰ ਆਈ ਤਾਂ ਬੂਹਾ ਅਜੇ ਬੰਦ ਸੀ, ਪਰ ਅੰਦਰੋਂ ਮੁੰਡੂ ਨਲਕੇ ਤੋਂ ਪਾਣੀ ਦੀ ਬਾਲਟੀ ਭਰਦਿਆਂ ਪੰਪ ਦੀ ਡੰਡੀ ਦੀ ਤਾਲ ਨਾਲ ਕੋਈ ਗੀਤ ਗਾਈ ਜਾ ਰਿਹਾ ਸੀ। ਉਹਦੀ ਆਵਾਜ਼ ਏਡੀ ਮਿੱਠੀ ਤੇ ਸੁਰੀਲੀ ਸੀ ਕਿ ਬੂਹਾ ਟਕੋਰਨ ਨੂੰ ਜੀ ਨਹੀਂ ਸੀ ਕਰਦਾ, ਪਰ ਸਾਹਮਣੇ ਉਹ ਭਰਤ ਦਾ ਭਾਰਾ ਲੋਟਾ ਚੁੱਕੀ ਆਉਂਦੀ ਧਿਆਨੇ ਕੀ ਬੁੱਢੀ ਨੂੰ ਵੇਖ ਕੇ ਉਸ ਬੂਹਾ ਖੜਕਾਇਆ ਤੇ ਉਸੇ ਮਿੱਠੀ ਟੁਣਕਵੀਂ ਆਵਾਜ਼ ਨਾਲ ਆਇਆ ਜੀ ਕਹਿੰਦੇ ਮੁੰਡੂ ਨੰਗੇ ਪੈਰੀ ਬੂਹੇ ਵੱਲ ਨੱਸਿਆ। ਪੈਰਾਂ ਦੀ ਤਾਲ ਵੀ ਗੀਤ ਵਰਗੀ ਜਾਪੀ। ਬੀਬੀ ਜੀ, ਉਹ ਬੂਹਾ ਖੋਲ੍ਹਦਿਆਂ ਹੀ ਜਿਵੇਂ ਬੌਂਦਲ ਗਿਆ। ਰਾਤ ਕੀਆਂ ਗਏ ਥੇ ਬੀਬੀ ਜੀ? ਉਹ ਚੁੱਪਚਾਪ ਅੰਦਰ ਆ ਗਈ ਤੇ ਆਪਣੇ ਕਮਰੇ ਵੱਲ ਔਲੀ। ਸਾੜੀ ਦਾ ਪੱਲਾ ਟੋਇਆ, ਚਾਬੀ ਚੁਬਾਰੇ 'ਚ ਹੀ ਰਹਿ ਗਈ ਸੀ। ਪਿਛਾਂ ਪਰਤ ਕੇ ਮੁੰਡੂ ਨੂੰ ਪੁੱਛਿਆ, ਭਰਾ ਜੀ ਜਾਗ ਪਏ? ਮੁੰਡੂ ਅਜੇ ਵੀ ਭਵੱਤਰਿਆ ਹੋਇਆ ਉਸ ਵੱਲ ਵੇਖ ਰਿਹਾ ਸੀ। ਫਿਰ ਚਾਨਚੱਕ ਹੀ ਇਉਂ ਬੋਲਿਆ ਜਿਵੇਂ ਉਹਨੂੰ ਸਮਝ ਨਾ ਆਈ ਹੋਵੇ। ਕੀ ਕਿਹਾ ਬੀਬੀ ਜੀ? ਬਾਊ ਜੀ ਕਹਾਂ ਗਏ? ਪਰ ਆਪੇ ਹੀ ਕਾਹਲ ਨਾਲ ਬੋਲਿਆ, ਉਹ ਤਾਂ ਜੀ ਉੱਪਰ ਗਏ ਹੈ, ਮੈਂ ਨਹਾਣੇ ਖਾਤਰ ਪਾਣੀ ਰੱਖਣ ਲੱਗਿਆ ਗੁਸਲਖਾਨੇ में। ਮੁੰਡੂ ਦੇ ਚਿਹਰੇ ਵੱਲ ਤੱਕਿਆ ਤਾਂ ਉਹਦੀ ਮਾਸੂਮੀਅਤ ਉੱਤੇ ਤਰਸ ਆਇਆ। ਫਿਰ ਉਹਦੇ ਮੈਲੇ ਝੱਗੇ, ਨੰਗੀਆਂ ਗੋਰੀਆਂ ਟੰਗਾਂ ਤੇ ਵਿਆਈਆਂ ਪਾਟੇ ਮੈਲੇ ਪੈਰਾਂ ਵੱਲ ਬਿੰਦ ਦਾ ਬਿੰਦ ਝਾਕਦੀ ਰਹੀ ਕਿ ਮੁੰਡੂ ਸੰਗ ਕੇ ਨੀਵੀਂ ਪਾਉਂਦਿਆਂ ਸੱਜੇ ਪੈਰ ਦੇ ਗਿੱਲੇ ਗੁੱਠੇ ਨਾਲ ਫਰਸ਼ ਉੱਤੇ ਲੀਕਾਂ ਵਾਹੁਣ ਲੱਗ ਪਿਆ। ਉਹਦੇ ਸਿਰ ਦੇ ਉਲਝੇ ਤੇ ਅਣਮੁਨਾਏ ਵਾਲਾਂ ਵਿੱਚੋਂ ਅਜੀਬ ਬਦਬੂ ਆਈ ਤੇ ਹੀਰਾ ਦੇਵੀ ਦਾ ਜਿਵੇਂ ਆਪਣੇ ਆਪ ਹੀ ਲੰਮਾ ਹੌਕਾ ਨਿਕਲ ਗਿਆ। ਕਾਕਾ, ਤੇਰਾ ਪੜਨ ਨੂੰ ਜੀ ਨਹੀਂ ਕਰਦਾ? ਬੜੀ ਨਰਮ ਧੀਮੀ ਆਵਾਜ਼ 'ਚ ਉਸ ਪੁੱਛ ਹੀ ਲਿਆ। ਇਸ ਅਸੰਗਤ ਜਿਹੇ ਸਵਾਲ ਉੱਤੇ ਪਹਿਲਾਂ ਤਾਂ ਮੁੰਡੂ ਰਤਾ ਹੈਰਾਨੀ ਨਾਲ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ,
ਫਿਰ ਅੱਖਾਂ ਮਟਕਾਉਂਦਿਆਂ ਤੇ ਹੱਥਾਂ ਦੇ ਤਿੱਖੇ ਇਸ਼ਾਰੇ ਕਰਦਿਆਂ ਕਾਲੀ ਕਾਲੀ ਬੋਲਣ ਲੱਗ ਪਿਆ। ਉੱਥੇ ਉੱਪਰ ਆਪਣੇ ਪਿੰਡ ਦੇ ਸਕੂਲੇ ਮੈਂ ਪੜ੍ਹਿਆ ਕਰਦਾ ਸੀ। ਸਾਰਾ ਕਾਇਦਾ ਮੈਂ ਪੜ੍ਹਿਆ ਥਾ। ਮੇਰੀ ਮਾਂ ਕਾਪੀਆਂ ਫੱਟੀ ਲਿਆਈ ਦਿੰਦੀ ਥੀ ਗੜਖਲ ਤੇ। ਮੈਂ ਤਾਂ ਤੈਨੂੰ ਪੁੱਛਿਆ ਹੁਣ ਪੜ੍ਹਨ ਨੂੰ ਜੀ ਕਰਦਾ ਕਿ ਨਹੀਂ? ਮੁੰਡੂ ਨੇ ਹੇਠ ਉੱਤੇ ਹਿਲਦਿਆਂ ਨਿੱਕੇ ਬਾਲਾਂ ਵਾਂਗ ਖੱਬੇ ਹੱਥ ਦੀਆਂ 2 ਉਂਗਲਾਂ ਮੂੰਹ 'ਚ ਪਾ ਲਈਆਂ ਤੇ ਪੈਰ ਦੇ ਅੰਗੂਠੇ ਨਾਲ ਮੁੜ ਲੀਕਾਂ ਵਾਉਣ ਲੱਗ ਪਿਆ। ਫਿਰ ਚੰਦ ਚੱਕੀ ਪੌੜੀਆਂ ਉਤਰਦੇ ਭਰਾ ਜੀ ਦੀ ਪੈੜ ਚੱਲ ਸੁਣੀ ਤੇ ਉਤਰ ਕੇ ਬਾਊ ਜੀ ਕਹਿੰਦੇ ਨਲਕੇ ਵੱਲ ਭੱਜ ਗਿਆ। ਪਾਣੀ ਦੀ ਭਾਰੀ ਬਾਲਟੀ ਚੁੱਕ ਕੇ ਸੱਜੇ ਪਾਸੇ ਲਿਫਦਿਆਂ ਗੁਸਲਖਾਨੇ ਵੱਲ ਤੁਰ ਚੱਲਿਆ। ਓਏ ਗਰਮ ਪਾਣੀ ਰੱਖ ਦਿੱਤਾ ਕਿ ਨਹੀਂ? ਭਰਾ ਜੀ ਨੇ ਸਾਹਮਣੇ ਆ ਕੇ ਪਹਿਲੀ ਸਰਸਰੀ ਨਿਗਾਹ ਨਾਲ ਹੌਲੀ ਹੌਲੀ ਉਹਨਾਂ ਦੇ ਕਮਰੇ ਵੱਲ ਜਾ ਰਹੀ ਹੀਰਾ ਦੇਵੀ ਵੱਲ ਤੱਕਿਆ ਤੇ ਫਿਰ ਪੁੱਛਿਆ। ਇਸ ਪਿੱਛੋਂ ਢਿੱਲੀ ਜੀ ਘੱਗੀ ਆਵਾਜ਼ 'ਚ ਉਹਨੂੰ ਵੀ ਪੁੱਛ ਰਿਹਾ, ਤੁਸੀਂ ਬੀਬੀ ਇਸ ਵੇਲੇ ਕਿੱਧਰੋਂ? ਐਡਾ ਉੱਪਰਾ ਸਵਾਲ ਉਹ ਆਪਣੇ ਭਰਾ ਜੀ ਕੋਲੋਂ ਹੁਣ ਤੱਕ ਸੋਚ ਨਹੀਂ ਸੀ ਸਕੀ। ਉਣਿੰਦਰੇ ਦੀਆਂ ਭੰਨੀਆਂ ਅੱਖਾਂ 'ਚ ਤਿੱਖੀ ਰੜਕ ਦੇ ਰੁਖੇਵੇਂ ਨਾਲ ਬੋਲੀ, ਕਿਤੋਂ ਨਹੀਂ? ਤੁਸੀਂ ਨਹਾ ਕੇ ਛੇਤੀ ਆ ਜਾਓ, ਇੱਕ ਕੰਮ ਹੈ। ਕਮਰੇ 'ਚ ਵੜੀ ਤਾਂ ਵੇਖਿਆ ਭਰਾ ਜੀ ਦਾ ਦਵਾਈਆਂ ਵਾਲਾ ਬੈਗ ਖੁੱਲ੍ਹਾ ਪਿਆ ਸੀ। ਉਸ 'ਚ ਇੱਕ ਸ਼ੀਸ਼ੀ ਟੇਢੀ ਹੋ ਕੇ ਦਵਾਈ ਬਾਹਰ ਡੁੱਲ ਗਈ ਲੱਗਦੀ ਸੀ। ਕੋਟ ਤੇ ਪੈਂਟ ਕੱਪੜਿਆਂ ਵਾਲੀ ਅਲਮਾਰੀ 'ਚ ਟੰਗਣ ਦੀ ਥਾਂ ਉਂਝ ਹੀ ਕਿੱਲੀ ਤੇ ਟੰਗੇ ਸੀ। ਪੈਂਟ ਦੇ ਪਹੁੰਚੇ ਨੂੰ ਮਿੱਟੀ ਵੀ ਲੱਗੀ ਹੋਈ ਸੀ। ਮੇਜ਼ ਤੇ ਪਈਆਂ ਕਿਤਾਬਾਂ ਇਉਂ ਖਿਲ ਰਹੀਆਂ ਸੀ ਜਿਵੇਂ ਕੋਈ ਨਿਆਣਾ ਉਹਨਾਂ 'ਚੋਂ ਮੂਰਤ ਵੇਂਦਾ ਸੁੱਟ ਗਿਆ ਹੋਵੇ। ਦੁਆਤ, ਪੈਨ, ਕੁਝ ਕੋਰੇ ਕਾਗਜ਼ ਵੀ ਮੇਜ਼ ਤੇ ਖਿਲਰੇ ਪਏ ਸਨ। ਫਰਸ਼ ਤੇ ਵਿਛੀ ਦਰੀ ਬੂਹੇ ਕੋਲੋਂ ਇਕੱਠੀ ਹੋਈ ਪਈ ਸੀ ਤੇ ਉੱਤੇ ਮਿੱਟੀ ਘੱਟਾ ਤੇ ਅਖਬਾਰ ਦੇ ਕਾਗਜ਼ ਖਿਲਰੇ ਹੋਏ ਸਨ। ਕੁਰਸੀਆਂ ਦੀਆਂ ਗੱਦੀਆਂ ਉਛਾੜ ਮੈਲੇ ਟੇਢੇ ਵਿੰਗੇ ਹੋਏ ਪਏ ਸੀ। ਕੰਧ ਉੱਤੇ ਲੱਗੇ ਕੈਲੰਡਰ ਤੋਂ ਬੀਤੇ ਮਹੀਨੇ ਦਾ ਪੰਨਾ ਅਜੇ ਨਹੀਂ ਸੀ ਪਾੜਿਆ ਤੇ ਉਂਝ ਵੀ ਉਹ ਟੇਢਾ ਜਿਹਾ ਹੋ ਕੇ ਇੱਕ ਮੇਖ ਨਾਲ ਲਟਕਿਆ ਹੋਇਆ ਡਿਗੂੰ ਕਰਦਾ ਸੀ। ਹਰ ਸ਼ੈ ਆਪਣੇ ਟਿਕਾਣਿਓਂ ਹਿੱਲੀ ਹੋਈ ਸੀ ਜਿਵੇਂ ਭੁਚਾਲ ਆ ਕੇ ਹਟਿਆ ਹੋਵੇ। ਭਰਾ ਜੀ ਗੁਸਲਖਾਨੇ 'ਚ ਬਾਲਟੀ ਵਿੱਚੋਂ ਮੁੜ ਗੜਵੀ ਭਰਦਿਆਂ ਬਾਲਟੀ ਦੇ ਕੰਢੇ ਨਾਲ ਮਾਰਦੇ ਉਹਦਾ ਖਰਵਾ ਖੜਾਕ ਸਿੱਧਾ ਕਾਲਜੇ 'ਚ ਵੱਜਦਾ। ਅੱਗੇ ਵਾਂਗ ਨਹਾਉਂਦਿਆਂ ਉਹ ਅੱਜ ਕੋਈ ਭਜਨ ਜਾਂ ਗੀਤ ਵੀ ਨਹੀਂ ਸੀ ਗੁਣਗੁਣਾ ਰਹੇ। ਉਹ ਜਿਵੇਂ ਜਾਣ-ਬੁੱਝ ਕੇ ਦੇਰ ਕਰ ਰਹੇ ਸੀ। ਸਮਾਂ ਬੜੀ ਹੌਲੀ ਬੀਤ ਰਿਹਾ ਸੀ। ਕਮਰੇ ਦੇ ਅੰਦਰ ਹਵਾ ਭਾਰੀ ਤੇ ਗਲ ਘੋਟੂ ਹੁੰਦੀ ਜਾਂਦੀ ਸੀ। ਜਿਉਂ ਭਰਾ ਜੀ ਦੇਰ ਕਰ ਰਹੇ ਸੀ ਤਿਉਂ ਹੀਰਾ ਦੇਵੀ ਦਾ ਚਿੱਤ ਕਾਹਲਾ ਪਈ ਜਾ ਰਿਹਾ ਸੀ ਤੇ ਜੀ ਕਰਦਾ ਸੀ ਉਹਨਾਂ ਨੂੰ ਉੱਚੀ ਆਵਾਜ਼ਾਂ ਮਾਰ ਕੇ ਸੱਦ ਲਏ। ਜਦੋਂ ਆਵਾਜ਼ ਨਹੀਂ ਮਾਰ ਸਕੀ ਤਾਂ ਉੱਠ ਕੇ ਕਮਰੇ 'ਚ ਇੱਧਰ ਉੱਧਰ ਘੁੰਮਣ ਲੱਗ ਪਈ। ਇੰਨੀ ਦੇਰ ਕਿਉਂ ਕਰ ਦਿੱਤੀ ਭਰਾ ਜੀ? ਕੈਲੰਡਰ ਕੋਲ ਜਾ ਕੇ ਪਿਛਾਂਹ ਮੁੜਦਿਆਂ ਉਸ ਆਪ ਮੁਹਾਰਿਆਂ ਹੀ ਕਿਹਾ ਤੇ ਜਦੋਂ ਬੂਹੇ ਵੱਲ ਤੱਕਿਆ ਤਾਂ ਭਰਾ ਜੀ ਗਿੱਲੇ ਵਾਲਾਂ ਉੱਤੇ ਜ਼ੋਰ ਦੀ ਤੌਲੀਆ ਰਗੜਦੇ ਅੰਦਰ ਆ ਰਹੇ ਸੀ। ਉਹਨਾਂ ਉਹਦੀ ਆਵਾਜ਼ ਸੁਣ ਲਈ ਸੀ। ਉਹ ਸਿੱਧੇ ਸ਼ੀਸ਼ੇ ਸਾਹਮਣੇ ਜਾ ਖੜੋਤੇ 2-3 ਵਾਰ ਇਉਂ ਸੀ ਕੀਤੀ ਜਿਵੇਂ ਪਾਲਾ ਲੱਗਦਾ ਹੋਵੇ। ਫਿਰ ਕਿੱਲੀ ਤੋਂ ਲਾ ਕੇ ਕਮੀਜ਼ ਪਾਈ, ਪੈਂਟ ਪਾਈ ਤੇ ਜਦੋਂ ਕੁਰਸੀ ਤੇ ਬੈਠ ਕੇ ਬੂਟਾਂ 'ਚੋਂ ਕੱਢ ਕੇ ਮੈਲੀਆਂ ਜੁਰਾਬਾਂ ਪਾਉਣ ਲੱਗੇ ਤਾਂ ਉਹਦਾ ਜੀ ਕੀਤਾ ਉਹਨਾਂ ਨੂੰ ਕਹੇ ਵੀ ਧੋਤੀਆਂ ਜੁਰਾਬਾਂ ਪਾ ਲੈਣ। ਪਰ ਫਿਰ ਉਹਨੂੰ ਇੱਕਦਮ ਜਦੋਂ ਉਹਨਾਂ ਦੇ ਇਉਂ ਚੁੱਪ ਰਹਿਣ ਦਾ ਤੇ ਬੇਧਿਆਨੀ ਦਾ ਖਿਆਲ ਆਇਆ ਤਾਂ ਚਾਨਚੱਕ ਮੁੜ ਛਾਤੀ 'ਚੋਂ ਸੇਕ ਜਿਹਾ ਨਿਕਲਦਾ ਜਾਪਿਆ। ਓਏ ਮੁੰਡੂ, ਬੂਟਾਂ ਦੇ ਤਸਮੇ ਕੱਸਦਿਆਂ ਉਹਨਾਂ ਉੱਚੀ ਆਵਾਜ਼ ਮਾਰੀ, ਚਾਹ ਛੇਤੀ ਲਿਆ, ਮੈਂ ਜਾਣਾ। ਹੀਰਾ ਦੇਵੀ ਦਾ ਚਿਹਰਾ ਭਖਣ ਲੱਗ ਪਿਆ ਤੇ ਅੱਖਾਂ ਗਹਿਰੀਆਂ ਹੋ ਗਈਆਂ। ਮਨ ਤੇ ਕਾਬੂ ਢਿੱਲਾ ਹੋ ਗਿਆ ਪਰ ਸਾਵੀ, ਪੱਧਰੀ ਤੇ ਗੰਭੀਰ ਆਵਾਜ਼ 'ਚ ਬੋਲੀ, ਮੈਂ ਭਰਾ ਜੀ ਤੁਹਾਡੇ ਨਾਲ ਜ਼ਰੂਰੀ ਗੱਲ ਕਰਨ ਆਈ ਹਾਂ। ਤੁਸੀਂ ਅਜੇ ਨਹੀਂ ਜਾ ਸਕਦੇ। ਪਰ ਜਦੋਂ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ ਤਾਂ ਭਰਾ ਜੀ ਨੇ ਉਸੇ ਬੇਧਿਆਨੀ ਨਾਲ ਮੁੜ ਸ਼ੀਸ਼ੇ ਅੱਗੇ ਜਾ ਕੇ ਖੜੋਂਦਿਆਂ ਕਿਹਾ, ਛੇਤੀ ਦੱਸ, ਮੈਂ ਛੇਤੀ ਜਾਣਾ ਹੈ, ਜ਼ਰੂਰੀ ਕੰਮ ਹੈ, ਇੱਧਰ ਆ ਜਾਓ। ਇਉਂ ਮੇਰਾ ਅਪਮਾਨ ਨਾ ਕਰੋ। ਇਹ ਕਹਿੰਦੇ ਉਹਦੀ ਆਵਾਜ਼ ਖਰਵੀ ਹੋ ਗਈ। ਭਰਾ ਜੀ ਨੇ ਟਾਈ ਲਾ ਕੇ ਕੋਟ ਚੁੱਕਿਆ ਤੇ ਫਿਰ ਉਸੇ ਕੁਰਸੀ ਤੇ ਉਹਦੇ ਸਾਹਮਣੇ ਆ ਬੈਠੇ। ਪਰ ਜਾਪਦਾ ਸੀ ਉਹਦੇ ਖਰਵੇ ਸ਼ਬਦਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਸੀ ਹੋਇਆ। ਹਾਂ ਦੱਸ, ਕੁਰਸੀ ਦੀ ਢੋਅ ਨਾਲ ਪਿੱਠ ਜੋੜਦੇ ਉਹਨਾਂ ਬੇਰੁਖੀ ਨਾਲ ਕਿਹਾ, ਮੈਂ ਆਪਣੇ ਹਿੱਸੇ ਦਾ ਘਰ ਵੰਡਾਉਣਾ। ਨਿੱਗਰ ਸਖਤ ਆਵਾਜ਼ ਵਿੱਚ ਉਹਨੇ ਇੰਨੀ ਕੁ ਉੱਚੀ ਇਹ ਸ਼ਬਦ ਬੋਲੇ ਕਿ ਹੁਣੇ ਗੁਸਲਖਾਨੇ ਵੱਲ ਗਈ ਭਰਜਾਈ ਨੂੰ ਵੀ ਸੁਣ ਗਏ। ਕੀ ਕਿਹਾ? ਭਰਾ ਜੀ ਜਿਵੇਂ ਬੌਂਦਲ ਗਏ ਹੋਣ। ਉਹਨਾਂ ਪਾਟੀਆਂ ਅੱਖਾਂ ਨਾਲ ਉਸ ਵੱਲ ਵੇਖਿਆ ਤੇ ਢੋਅ ਨਾਲੋਂ ਪਿੱਠ ਗਾਂਹ ਕਰਦਿਆਂ ਬੈਠੇ ਕੋਟ ਪਾਉਣ ਲੱਗ ਪਏ। ਪਲ ਦਾ ਪਲ ਸਾਰੇ ਕਮਰੇ ਅੰਦਰ ਚੁੱਪ ਦਾ ਸਹਿਮ ਜਿਹਾ ਛਾਇਆ ਰਿਹਾ। ਫਿਰ ਉੱਠੇ, ਮੇਜ਼ ਵੱਲ ਜਾ ਕੇ ਬੈਗ ਠੀਕ ਕਰਨ ਲੱਗ ਪਏ। ਇਸ ਦੌਰਾਨ ਬੂਟਾਂ ਦੀ ਚਿਰ ਤੋਂ ਬਿਨਾਂ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ। ਫਿਰ ਭਰਾ ਜੀ ਕੋਟ ਦਾ ਕਾਲਰ, ਟਾਈ, ਕਮੀਜ਼ ਤੇ ਬਟਨ ਦੇ ਤੇ ਪੈਂਟ ਦੀ ਪੇਟੀ ਮੁੜ ਠੀਕ ਕਰਦਿਆਂ ਜਿਵੇਂ ਸੰਭਲਣ ਦਾ ਯਤਨ ਕਰਨ ਲੱਗੇ। ਇਹਦੇ ਨਤੀਜਿਆਂ ਬਾਰੇ ਤੂੰ ਸੋਚ ਲਿਆ ਬੀਬੀ? ਅੰਤੋਂ ਨਾ ਆਪਣੇ ਉੱਤੇ ਕਾਬੂ ਪਾਉਂਦਿਆਂ ਘੱਗੀ ਆਵਾਜ਼ 'ਚ ਪੁੱਛਿਆ ਤੇ ਮੁੜ ਕੁਰਸੀ ਤੇ ਆ ਬੈਠੇ। ਸਭ ਸੋਚ ਲਿਆ। ਆਖਰੀ ਫੈਸਲਾ ਹੈ ਤੇਰਾ? ਬਿਲਕੁਲ ਆਖਰੀ। ਉਹ ਘਬਰੇ ਜੇ ਫੇਰ ਉੱਠੇ। ਪੈਂਟ ਨੂੰ ਮੁੜੋ ਤਾਂ ਬੋਚਦਿਆਂ ਦਵਾਈਆਂ ਵਾਲਾ ਬੈਗ ਬੰਦ ਕਰਦਿਆਂ ਬੋਲੇ, ਮੈਂ ਅੱਜ ਮਦਨ ਨੂੰ ਤਾਰ ਦੇ ਦਿੰਨਾ, ਉਹਦੇ ਆਉਣ ਤੇ ਗੱਲ ਕਰ ਲਾਂਗੇ।
ਕਰੀਰ ਦੀ ਲੱਕੜ ਵਾਂਗ ਤੋੜ ਵਿਛੋੜ ਕਰਦਿਆਂ ਉਹਨਾਂ ਅਗਲੀ ਗੱਲ ਕੀਤੇ ਬਿਨਾਂ ਬੈਗ ਚੁੱਕਿਆ ਰਸੋਈ ਵੱਲ ਤੁਰ ਗਏ। ਹੀਰਾ ਦੇਵੀ ਉਸੇ ਵੇਲੇ ਨਰੋਏ ਕਦਮੀ ਬਾਹਰ ਆ ਗਈ ਤੇ ਉਸ ਪਹਿਲਾਂ ਭਰਾ ਜੀ ਨੂੰ ਮੁੰਡੂ ਨਾਲ ਗੁੱਸੇ ਹੁੰਦਿਆਂ ਸੁਣਿਆ ਤੇ ਫਿਰ ਭਰਜਾਈ ਨੂੰ ਭਰਾ ਜੀ ਤੇ ਉੱਚੀ ਉੱਚੀ ਵਰਦਿਆਂ ਸੁਣਿਆ, ਪਰ ਪਿੱਛਾਂ ਪਰਤ ਕੇ ਨਹੀਂ ਵੇਖਿਆ ਤੇ ਗਲੀ 'ਚ ਆ ਗਈ। ਧੰਨਵਾਦ।